ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਗॉड ਬlesਸ ਯੂ। ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਧੰਨਵਾਦ ਕਰਨਾ ਚਾਹੁੰਦੇ ਹੈਗੇ ਇਸ ਐਤਵਾਰ ਦਾ, ਜਿਸ ਐਤਵਾਰ ਪਰਮੇਸ਼ਰ ਦੀ ਹਜ਼ੂਰੀ ਆਪਣੇ ਨਾਲ ਆ। ਇੱਕ ਵਾਰ ਫਿਰ ਯਾਦ ਕਰਦੇ ਆ, ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦੀ ਦਇਆ ਨਈ ਆ ਤੇ ਤਾਜੀ ਆ ਹਰ ਦਿਨ ਆਪਣੇ ਵਾਸਤੇ। ਆਮੇਨ। ਸੋ ਪ੍ਰਭੂ ਦੇ ਭੈਣੋ, ਪਰਮੇਸ਼ਰ ਦਾ ਸ਼ੁਕਰ ਕਰਦੇ ਹੈਗੇ ਅੱਜ ਦੇ ਇਸ ਐਤਵਾਰ ਦੇ ਦਿਨ ਦੇ ਵਾਸਤੇ ਜਿਹੜੇ ਪਰਮੇਸ਼ਰ ਨੇ ਆਪਾਂ ਨੂੰ ਦਿੱਤਾ ਆ। ਤੇ ਆਓ ਸਦਾ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ, ਜਿਹੜੀ ਪਰਮੇਸ਼ਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਆ ਕੇ, ਪਰਮੇਸ਼ਰ ਦੀ ਰੂਹ ਦੇ ਵਿੱਚ ਆ ਕੇ, ਉਹਨਾਂ ਦੇ ਵਚਨਾਂ ਦੇ ਵਿੱਚ ਆ ਕੇ, ਜਾਣੀ ਕਿ ਵਿਸ਼ਵਾਸੀ ਬਣ ਕੇ ਜਿਹੜੀ ਇਹ ਦੌੜ ਹੈਗੀ ਆ ਆਪਣੀ, ਜਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਆਪਣੀ ਇਹ ਜਰਨੀ ਹੈਗੀ ਆ, ਇਹ ਸਾਰੀ ਜਰਨੀ ਨੂੰ ਜੇ ਆਪਾਂ ਇਕੱਠੇ ਕਰ ਲਈਏ ਤੇ ਇਕੱਠੇ ਕਰਕੇ ਇਹਦਾ ਕੰਕਲੂਜਨ ਕੱਢ ਲਈਏ ਵੀ ਇਹ ਸਾਰੀ ਜਰਨੀ ਨੂੰ ਕਿੱਦਾਂ ਸਮਝਿਆ ਜਾ ਸਕਦਾ, ਆਪਾਂ ਕਹਿ ਸਕਦੇ ਹਾਂ ਕਿ ਸਾਰੀ ਜਰਨੀ ਦੇ ਵਿੱਚ ਜੋ ਪਰਮੇਸ਼ਰ ਆਪਾਂ ਨੂੰ ਸਿਖਾਉਣਾ ਚਾਹੁੰਦਾ ਆ ਉਹ ਇਹ ਆ ਕਿ ਆਪਾਂ ਆਪਣੀ ਜ਼ਿੰਦਗੀ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰਨ ਤੋਂ ਬਾਅਦ ਜਦੋਂ ਸ਼ੁਰੂ ਕਰਦੇ ਹਾਂ, ਰੂਹ ਦੀ ਜ਼ਿੰਦਗੀ ਸ਼ੁਰੂ ਕਰਦੇ ਹਾਂ, ਰੂਹਾਨੀ ਤੌਰ ਤੇ ਜਿਹੜੀ ਭਗਤੀ ਆਪਾਂ ਸ਼ੁਰੂ ਕਰਦੇ ਹਾਂ, ਰੱਬ ਦੇ ਵਿੱਚ ਵਧਣਾ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਰੱਬ ਦੇ ਵਿੱਚ ਚੱਲਣਾ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਰੱਬ ਦੇ ਵਿੱਚ ਆ ਕੇ ਆਪਣੀਆਂ ਸਿਚੁਏਸ਼ਨਸ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ, ਆਪਣੀਆਂ ਪ੍ਰੋਬਲਮਸ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ, ਆਪਣੀਆਂ ਮੁਸ਼ਕਲਾਂ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ ਤੇ ਉਹਨਾਂ ਨੂੰ ਹਟਾ ਕੇ ਸ਼ੈਤਾਨ ਨੂੰ ਡਿਸਟਰੋਏ ਕਰਦੇ ਹਾਂ, ਜਾਂ ਸ਼ੈਤਾਨ ਦੀਆਂ ਭੇਜੀਆਂ ਹੋਈਆਂ ਸਾਰੀਆਂ ਟੈਂਪਟੇਸ਼ਨ ਨੂੰ ਰੱਦ ਕਰਦੇ ਹਾਂ, ਸਰੀਰਕ ਕਾਮਨਾਵਾਂ ਦੀਆਂ ਭੇਜੀਆਂ ਹੋਈਆਂ ਸਾਰੀਆਂ ਟੈਂਪਟੇਸ਼ਨ ਨੂੰ ਰੱਦ ਕਰਦੇ ਹਾਂ ਤੇ ਅੱਗੇ ਵਧਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਸਪੈਰਿਟੀ ਪ੍ਰਾਪਤ ਕਰਦੇ ਹਾਂ, ਜਾਣੀ ਕਿ ਤਰੱਕੀ ਪ੍ਰਾਪਤ ਕਰਦੇ ਹਾਂ ਜਾਂ ਸਕਸੈਸ ਪ੍ਰਾਪਤ ਕਰਦੇ ਹਾਂ, ਆਪਣੇ ਬੱਚਿਆਂ ਦੇ ਵਿੱਚ ਬਰਕਤ ਪ੍ਰਾਪਤ ਕਰਦੇ ਹਾਂ, ਰੂਹਾਨੀ ਤੌਰ ਤੇ ਬਰਕਤ ਪ੍ਰਾਪਤ ਕਰਦੇ ਹਾਂ, ਇਮੋਸ਼ਨਲੀ ਬਰਕਤ ਪ੍ਰਾਪਤ ਕਰਦੇ ਹਾਂ, ਜਾਣੀ ਕਿ ਘਰ ਆਪਣਾ ਸਵਰਗ ਬਣ ਜਾਂਦਾ ਆ ਪਰਮੇਸ਼ਰ ਦੀ ਸ਼ਾਂਤੀ ਦੇ ਨਾਲ, ਪਰਮੇਸ਼ਰ ਦੀ ਖੁਸ਼ੀ ਦੇ ਨਾਲ। ਇਹ ਸਾਰੀ ਦੌੜ ਦੇ ਵਿੱਚ ਜਾਣੀ ਕਿ ਕਲੀਸਿਆ ਦੇ ਵਿੱਚ ਵੀ ਪ੍ਰਭੂ ਦੀ ਸੇਵਾ ਕਰਨੀ, ਦੂਜਿਆਂ ਤੱਕ ਪ੍ਰਭੂ ਦਾ ਵਚਨ ਪਹੁੰਚਾਉਣਾ ਤੇ ਗਿਫਟਿੰਗ ਵਿੱਚ ਅੱਗੇ ਵਧਣਾ ਤੇ ਪਰਮੇਸ਼ਰ ਦੀ ਸੇਵਾ ਦੇ ਵਿੱਚ ਅੱਗੇ ਵਧਣਾ, ਤਾਂ ਕਿ ਪਰਮੇਸ਼ਰ ਦੂਜਿਆਂ ਤੱਕ ਵਚਨ ਪਹੁੰਚਾ ਸਕੇ, ਪਰਮੇਸ਼ਰ ਤੱਕ ਮਹਿਮਾ ਪਹੁੰਚਾਣੀ, ਪਰਮੇਸ਼ਰ ਨੂੰ ਪ੍ਰਸੰਨ ਕਰ ਦੇਣਾ, ਸਾਰੀ ਜ਼ਿੰਦਗੀ ਬਤੀਤ ਕਰਕੇ, ਲੋਕਾਂ ਨੂੰ ਛੂ ਕੇ, ਲੋਕਾਂ ਨੂੰ ਪ੍ਰਭੂ ਦੇ ਵਿੱਚ ਲੈ ਕੇ ਆ ਕੇ, ਪਰਮੇਸ਼ਰ ਨੂੰ ਗਲੋਰੀ ਦੇ ਕੇ, ਮਹਿਮਾ ਦੇ ਕੇ ਇਹ ਦੁਨੀਆ ਨੂੰ ਛੱਡ ਕੇ ਚਲੇ ਜਾਣਾ। ਇਹ ਸਾਰੀ ਜਰਨੀ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਉਹ ਹੈ ਵਿਸ਼ਵਾਸ, ਨਿਸ਼ਚਾ। ਜਾਣੀ ਕਿ ਕਦਮ ਕਦਮ ਤੇ ਵਿਸ਼ਵਾਸ ਦੇ ਨਾਲ ਹੀ ਚੱਲਣਾ ਹੈ, ਕਦਮ ਕਦਮ ਤੇ ਨਿਸ਼ਚਾ ਦੇ ਨਾਲ ਹੀ ਅੱਗੇ ਵਧਣਾ ਹੈ। ਜਿੰਨੀਆਂ ਵੀ ਸਿਚੁਏਸ਼ਨ ਤੁਹਾਡੀਆਂ ਆਉਣਗੀਆਂ ਤੁਸੀਂ ਵਿਸ਼ਵਾਸ ਦੇ ਨਾਲ ਸੋਲਵ ਕਰ ਸਕਦੇ ਹੋ, ਜਿੰਨੀਆਂ ਵੀ ਪ੍ਰੋਬਲਮਸ ਤੁਹਾਡੀਆਂ ਆਉਣਗੀਆਂ ਤੁਸੀਂ ਨਿਸ਼ਚਾ ਦੇ ਨਾਲ ਸੋਲਵ ਕਰ ਸਕਦੇ ਹੋ, ਜਿੰਨੇ ਵੀ ਹਮਲੇ ਸ਼ੈਤਾਨ ਦੇ ਤੁਹਾਡੇ ਵੱਲ ਆਉਣਗੇ ਤੁਸੀਂ ਵਿਸ਼ਵਾਸ ਦੇ ਨਾਲ, ਨਿਸ਼ਚਾ ਦੇ ਨਾਲ ਉਹਨੂੰ ਸੋਲਵ ਕਰ ਸਕਦੇ ਹੋ, ਉਹਨੂੰ ਡਿਸਟਰੋਏ ਕਰ ਸਕਦੇ ਹੋ। ਨਿਸ਼ਚਾ ਬਹੁਤ ਹੀ ਜ਼ਰੂਰੀ ਹੈ ਪ੍ਰਭੂ ਦੇ ਭੈਣੋ। ਭਾਵੇਂ ਤੁਸੀਂ ਚਰਚ ਵਿੱਚ ਹੋਵੋ, ਨਿਸ਼ਚਾ ਚਾਹੀਦੀ ਹੈ। ਭਾਵੇਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਹੋਵੋ, ਨਿਸ਼ਚਾ ਚਾਹੀਦੀ ਹੈ। ਭਾਵੇਂ ਤੁਸੀਂ ਆਪਣੇ ਕੰਮ 'ਚ ਹੋਵੋ, ਨਿਸ਼ਚਾ ਚਾਹੀਦੀ ਹੈ। ਭਾਵੇਂ ਤੁਸੀਂ ਬਾਹਰ ਕਿਸੇ ਪਾਸੇ ਘੁੰਮਣ ਫਿਰਨ ਜਾ ਰਹੇ ਹੋਵੋ, ਤੁਸੀਂ ਗੱਡੀ ਚਲਾ ਰਹੇ ਹੋ, ਤੁਸੀਂ ਨਿਸ਼ਚਾ ਜਾ ਰਹੇ ਹੋ। ਤੁਹਾਡੀ ਨਿਸ਼ਚਾ ਆ ਸੱਚੇ ਪਰਮਾਤਮਾ ਦੇ ਵਿੱਚ, ਤੁਹਾਡਾ ਵਿਸ਼ਵਾਸ ਆ ਸੱਚੇ ਪਰਮਾਤਮਾ ਦੇ ਵਿੱਚ। ਆਮੇਨ। ਤੁਹਾਡਾ ਫੇਥ ਹੈ ਉਸ ਰੱਬ ਦੇ ਵਿੱਚ ਕਿ ਉਹ ਰੱਬ ਤੁਹਾਡੇ ਨਾਲ ਆ ਤੇ ਕਦਮ ਕਦਮ ਤੇ ਤੁਹਾਡੇ ਨਾਲ ਆ ਤੇ ਉਹ ਰੱਬ ਤੁਹਾਡੀ ਮਦਦ ਕਰੇਗਾ, ਤੁਹਾਡੀ ਰੂਹਾਨੀ ਜ਼ਿੰਦਗੀ 'ਚ ਮਦਦ ਕਰੇਗਾ, ਤੁਹਾਡੀਆਂ ਪ੍ਰੋਬਲਮਸ ਦੇ ਵਿੱਚ ਮਦਦ ਕਰੇਗਾ, ਤੁਹਾਡੀਆਂ ਸਿਚੁਏਸ਼ਨਸ ਮਦਦ ਕਰੇਗਾ, ਤੁਹਾਡੇ ਬੱਚਿਆਂ ਦੇ ਨਾਲ ਮਦਦ ਕਰੇਗਾ, ਤੁਹਾਡੇ ਪਰਿਵਾਰ ਦੀਆਂ ਸਮੱਸਿਆਵਾਂ ਦੇ ਵਿੱਚ ਮਦਦ ਕਰੇਗਾ, ਫਾਈਨੈਂਸ਼ੀਅਲੀ ਤੁਹਾਡੇ ਨਾਲ ਮਦਦ ਕਰੇਗਾ। ਉਹ ਰੱਬ ਤੁਹਾਡੇ ਨਾਲ, ਤੁਹਾਡਾ ਵਿਸ਼ਵਾਸ ਹੈ ਕਿ ਤੁਸੀਂ ਉਸ ਰੱਬ ਦੇ ਵਿੱਚੋਂ, ਕਿ ਉਹ ਰੱਬ ਨੇ ਵਾਅਦਾ ਕੀਤਾ ਆ ਕਿ ਮੈਂ ਤੈਨੂੰ ਨਾ ਛੱਡਾਂਗਾ, ਮੈਂ ਤੈਨੂੰ ਕਦੇ ਤਿਆਗਾਂਗਾ ਨਹੀਂ, ਮੈਂ ਦਿਨ ਰਾਤ ਤੇਰੇ ਨਾਲ ਹੋਵਾਂਗਾ, ਮੈਂ ਦੁਨੀਆ ਦੇ ਅੰਤ ਤੱਕ ਤੇਰੇ ਨਾਲ ਹੋਵਾਂਗਾ, ਕਦਮ ਕਦਮ ਤੇ ਮੈਂ ਤੇਰੇ ਨਾਲ ਹੋਵਾਂਗਾ। ਤੁਸੀਂ ਉਸ ਪਰਮੇਸ਼ਰ ਨੂੰ ਐਕਨੋਲੇਜ ਕਰ ਰਹੇ ਹੋ, ਉਹਦੀ ਹਜ਼ੂਰੀ ਨੂੰ ਐਕਨੋਲੇਜ ਕਰਦੇ ਹੋ, ਉਹਦੀ ਹਜ਼ੂਰੀ ਨੂੰ ਰਿਕੋਗਨਾਈਜ਼ ਕਰਦੇ ਹੋ ਕਿ ਉਹ ਤੇਰੇ ਨਾਲ ਆ, ਉਹ ਤੁਹਾਡੇ ਨਾਲ ਆ। ਤੁਸੀਂ ਖਾਂਦੇ ਹੋ, ਤੁਸੀਂ ਪੀਂਦੇ ਹੋ, ਤੁਸੀਂ ਕੰਮ ਤੇ ਜਾਂਦੇ ਹੋ, ਤੁਸੀਂ ਯਾਤਰਾ ਕਰ ਰਹੇ ਹੋ, ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਹੋ, ਤੁਸੀਂ ਉਹਨੂੰ ਐਕਨੋਲੇਜ ਕਰਦੇ ਹੋ, ਪ੍ਰਭੂ ਤੂੰ ਮੇਰੇ ਨਾਲ ਆ, ਪ੍ਰਭੂ ਤੂੰ ਮੇਰੇ ਨਾਲ ਆ, ਮੈਂ ਤੈਨੂੰ ਐਕਨੋਲੇਜ ਕਰਦਾ ਪ੍ਰਭੂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਐਕਨੋਲੇਜ ਕਰ ਰਹੇ ਹੋ ਉਹ ਤੁਹਾਡੇ ਨਾਲ ਆ, ਤੁਹਾਡਾ ਈਮਾਨ ਉਹਦੇ ਵਿੱਚ ਬਣਿਆ ਹੋਇਆ ਆ, ਤੁਹਾਡੀ ਫੇਥ ਉਹਦੇ ਵਿੱਚ ਬਣੀ ਹੋਈ ਆ, ਤੁਹਾਡਾ ਵਿਸ਼ਵਾਸ ਉਹਦੇ ਵਿੱਚ ਬਣਿਆ ਹੋਇਆ। ਇਹ ਫੇਥ, ਇਹ ਵਿਸ਼ਵਾਸ ਤੁਹਾਡੀ ਮਦਦ ਕਰ ਰਿਹਾ ਆ ਤਾਂ ਕਿ ਪਰਮੇਸ਼ਰ ਦੀ ਹਰ ਮਦਦ, ਪਰਮੇਸ਼ਰ ਦੀ ਹਰ ਬਰਕਤ, ਪਰਮੇਸ਼ਰ ਦਾ ਸਾਰਾ ਆਸ਼ੀਰਵਾਦ ਤੁਹਾਡੀ ਜ਼ਿੰਦਗੀ ਤੇ ਪਹੁੰਚ ਸਕੇ।
ਤੁਹਾਡੇ ਪਰਿਵਾਰ ਦੇ ਵਿੱਚ ਪਹੁੰਚ ਸਕੇ। ਸੋ ਪ੍ਰਭੂ ਦੇ ਬਣਾਓ, ਨੇਚਰ ਦੀ ਗੱਲ ਹੋ ਰਹੀ ਹੈ ਆਪਣੀ, ਤੇ ਨੇਚਰ ਦੇ ਵਿੱਚ ਵਧਣ ਦੇ ਵਾਸਤੇ ਪ੍ਰਭੂ ਵਚਨ ਕਹਿੰਦਾ ਕਿ faith comes by hearing and hearing the word of God. Amen. ਪਰਮੇਸ਼ਰ ਦੀ ਜਿਹੜੀ ਨੇਚਰ ਹੈ, ਮੇਰਾ ਵਿਸ਼ਵਾਸ ਆ, ਇਹ ਪਰਮੇਸ਼ਰ ਨੂੰ ਸੁਣਨ ਦੇ ਨਾਲ ਆਉਂਦਾ ਹੈ। ਜਾਨੀ ਕਿ ਪ੍ਰਭੂ ਯਿਸੂ ਨੂੰ ਸਵੀਕਾਰ ਕਰਨ ਤੋਂ ਬਾਅਦ ਅੰਤ ਤੱਕ ਜਿੰਨੀ ਵੀ ਸੇਵਾ ਤੁਸੀਂ ਕੀਤੀ, ਜਿੰਨੀ ਵੀ ਯਾਤਰਾ ਤੁਸੀਂ ਕੀਤੀ, ਜੋ ਕੁਝ ਵੀ ਤੁਸੀਂ ਕੀਤਾ, ਤੁਸੀਂ 30 40 ਸਾਲ 50 ਸਾਲ 60 70 80 90 ਸਾਲ ਪ੍ਰਭੂ ਵਿੱਚ ਬਤੀਤ ਕੀਤੇ, ਤੁਸੀਂ ਪਰਮੇਸ਼ਰ ਦੇ ਨਾਲ ਤੁਰਨਾ ਆ, ਪਰਮੇਸ਼ਰ ਦੇ ਨਾਲ ਚੱਲਣਾ ਆ। ਆਮੇਨ। ਪ੍ਰਭੂ ਵਚਨ ਕਹਿੰਦਾ ਹੈ ਕਿ ਅਨੋਖ ਰੱਬ ਨਾਲ ਤੁਰਿਆ ਸੀ। ਪਰਮੇਸ਼ਰ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਆਦਮ ਤੇ ਹਵਾ ਦੇ ਨਾਲ ਬਾਗ ਦੇ ਵਿੱਚ ਤੁਰਦਾ ਹੁੰਦਾ ਸੀਗਾ। ਰੱਬ ਦੇ ਨਾਲ ਤੁਰਨਾ, ਕਦਮ ਕਦਮ ਤੇ ਰੱਬ ਤੁਹਾਡੇ ਨਾਲ ਹੋਵੇ ਤੇ ਤੁਸੀਂ ਰੱਬ ਦੇ ਨਾਲ ਹੋਵੋ। ਆਮੇਨ। ਪਰਮੇਸ਼ਰ ਦੇ ਨਾਲ ਤੁਰਨਾ, ਪਰਮੇਸ਼ਰ ਦੇ ਨਾਲ ਚੱਲਣਾ, ਜਿਹੜੀ ਮਰਜ਼ੀ ਥਾਂ ਤੇ ਤੁਸੀਂ ਹੋਵੋ, ਜਿਹੜੀ ਮਰਜ਼ੀ ਸਿਚੁਏਸ਼ਨ 'ਚ ਤੁਸੀਂ ਹੋਵੋ, ਰੱਬ ਦੇ ਨਾਲ ਚੱਲਣ ਦੇ ਵਾਸਤੇ ਤੁਹਾਨੂੰ ਫੇਥ ਚਾਹੀਦੀ ਹੈ, ਤੁਹਾਨੂੰ ਵਿਸ਼ਵਾਸ ਚਾਹੀਦਾ ਹੈ। ਤੇ ਉਹ ਵਿਸ਼ਵਾਸ ਪ੍ਰਭੂ ਦਾ ਵਚਨ ਕਹਿੰਦਾ ਹੈ ਰੱਬ ਨੂੰ ਸੁਣਨ ਦੇ ਨਾਲ ਆਉਂਦਾ ਹੈ। ਹੁਣ ਅਸੀਂ ਚਾਹੁੰਦੇ ਹਾਂ ਰੱਬ ਦੇ ਨਾਲ ਚੱਲਣਾ, ਅਸੀਂ ਚਾਹੁੰਦੇ ਕਿ ਰੱਬ ਸਾਡੇ ਨਾਲ ਚੱਲੇ, ਕਦਮ ਕਦਮ ਤੇ ਸਾਡੇ ਨਾਲ ਹੋਵੇ। ਤੇ ਇਹਦਾ ਮਤਲਬ ਆ ਕਿ ਸਾਨੂੰ ਵੱਧ ਤੋਂ ਵੱਧ ਰੱਬ ਨੂੰ ਐਕਨੌਲੇਜ ਕਰਨਾ ਪਏਗਾ। ਤੇ ਜਦੋਂ ਵੱਧ ਤੋਂ ਵੱਧ ਰੱਬ ਨੂੰ ਐਕਨੌਲੇਜ ਕਰਨਾ ਪਏਗਾ, ਸਾਨੂੰ ਵੱਧ ਤੋਂ ਵੱਧ ਫੇਥ ਚਾਹੀਦੀ ਹੋਏਗੀ, ਵੱਧ ਤੋਂ ਵੱਧ ਵਿਸ਼ਵਾਸ ਚਾਹੀਦਾ ਹੋਏਗਾ, ਈਮਾਨ ਚਾਹੀਦਾ ਹੋਏਗਾ, ਨੇਚਰ ਚਾਹੀਦੀ ਹੋਏਗੀ, ਤਾਂ ਕਿ ਅਸੀਂ ਉਸ ਪਰਮੇਸ਼ਰ ਨੂੰ ਐਕਨੌਲੇਜ ਕਰ ਸਕੀਏ ਕਿ ਸਾਡੇ ਨਾਲ ਹੈ। ਹੁਣ ਵੱਧ ਤੋਂ ਵੱਧ ਫੇਥ ਦੇ ਵਾਸਤੇ, ਵੱਧ ਤੋਂ ਵੱਧ ਵਿਸ਼ਵਾਸ ਦੇ ਵਾਸਤੇ ਆਪਾਂ ਨੂੰ ਵੱਧ ਤੋਂ ਵੱਧ ਰੱਬ ਨੂੰ ਸੁਣਨਾ ਪਏਗਾ। ਕਿਉਂਕਿ ਈਮਾਨ ਜਿਹੜਾ ਆ, ਵਿਸ਼ਵਾਸ ਜੋ ਹੈ, ਉਹ ਸੁਣਨ ਨਾਲ ਆਉਂਦਾ ਆ। ਫੇਥ ਕਮਸ ਬਾਈ ਹੀਅਰਿੰਗ। ਇਹਦਾ ਮਤਲਬ ਵੱਧ ਤੋਂ ਵੱਧ ਰੱਬ ਨੂੰ ਸੁਣਨਾ ਪਏਗਾ। ਆਪਾਂ ਜਦੋਂ ਧਰਮਾਂ ਤੋਂ ਆਏ ਹੈਗੇ, ਆਪਾਂ ਨੂੰ ਆਦਤ ਹੈਗੀ ਬੋਲਣ ਦੇ ਜ਼ਿਆਦਾ। ਆਪਾਂ ਬੋਲਦੇ ਆ ਰੱਬ ਨੂੰ, ਬੋਲਦੇ ਆ ਪ੍ਰੇਰ ਕਰੀ ਗਏ ਪਾਸਟਰ ਜੀ ਮੈਂ ਇੰਨਾ ਘੰਟਾ ਪ੍ਰੇਰ ਕੀਤੀ, ਮੈਂ ਇੰਨੇ ਘੰਟੇ ਪ੍ਰੇਰ ਕੀਤੀ, ਮੈਂ ਅੱਜ ਘੰਟਾ ਪ੍ਰੇਰ ਕੀਤੀ। ਮੈਂ ਪੁੱਛਦਾ ਬਈ ਭਾਈ ਘੰਟਾ ਪ੍ਰੇਰ ਤੂੰ ਕਰ ਲਈ ਆ, ਲੇਕਿਨ ਹੁਣ ਤੂੰ ਰੱਬ ਨੂੰ ਸੁਣਿਆ ਕਿੰਨੇ ਘੰਟੇ? ਪਾਸਟਰ ਜੀ ਬਸ ਉਹ ਤੋਂ ਬਾਅਦ ਕੰਮ ਤੇ ਚਲੇ ਗਏ। ਰੱਬ ਨੂੰ ਸੁਣਨ ਦੇ ਨਾਲ ਈਮਾਨ ਆਉਂਦਾ ਆ। ਰੱਬ ਦੇ ਨਾਲ ਬੋਲ ਕੇ ਈਮਾਨ ਨਹੀਂ ਆਉਂਦਾ, ਬੋਲਣਾ ਵੀ ਜ਼ਰੂਰੀ ਆ, ਰੱਬ ਨਾਲ ਫੈਲੋਸ਼ਿਪ ਕਰਨੀ ਆ, ਕਮਿਊਨੀਅਨ ਦੋਨੋਂ ਪਾਸੇ ਤੋਂ ਹੁੰਦੀ ਆ, ਲੇਕਿਨ ਰੱਬ ਨੂੰ ਸੁਣਨ ਦੇ ਨਾਲ ਈਮਾਨ ਆਉਂਦਾ। ਮਤਲਬ ਸੁਣਨਾ ਵੱਧ ਤੋਂ ਵੱਧ ਰੱਬ ਨੂੰ ਆ। ਇਹਦਾ ਮਤਲਬ ਸਵੇਰ ਤੋਂ ਲੈ ਕੇ ਖੜੇ ਹੋ ਜਾਣਾ ਆ, ਤਾਂ ਕਿ ਆਪਾਂ ਰੱਬ ਨੂੰ ਸੁਣੀਏ, ਸਾਰਾ ਦਿਨ ਰੱਬ ਨੂੰ ਸੁਣ ਸਕੀਏ ਤੇ ਰੱਬ ਦੇ ਮੁਤਾਬਿਕ ਆਪਣੀ ਜ਼ਿੰਦਗੀ ਬਤੀਤ ਕਰ ਸਕੀਏ। ਆਪਣੇ ਮੁਤਾਬਿਕ ਨਾ ਕਰੀਏ, ਆਪਣੇ ਸਮਝ ਦੇ ਮੁਤਾਬਿਕ ਨਹੀਂ, ਆਪਣੀ ਅਕਲ ਦੇ ਮੁਤਾਬਿਕ ਨਹੀਂ ਚੱਲਣਾ। ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਚੱਲਣਾ ਆ। ਜੋ ਵੀ ਆਪਾਂ ਆਪਣੇ ਬੱਚਿਆਂ 'ਚ ਕਰਨਾ ਆ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਕਰਨਾ ਆ। ਜੇ ਕੋਈ ਯਾਤਰਾ ਕਰ ਰਹੇ ਹੈਗੇ, ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਜਾਣਾ ਹੈ। ਜੇ ਸੇਵਾ ਦੇ ਵਿੱਚ ਲੱਗੇ ਹੋਏ ਆ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਸੇਵਾ ਕਰਨੀ ਹੈ। ਜੇ ਆਪਾਂ ਪ੍ਰੀਚਿੰਗ ਕਰ ਰਹੇ ਹਾਂ, ਟੀਚਿੰਗ ਕਰ ਰਹੇ ਹਾਂ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਕਰਨੀ ਹੈ। ਜਿੰਨਾ ਜ਼ਿਆਦਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਅੱਗੇ ਵਧਾਂਗੇ, ਉਨਾ ਹੀ ਜ਼ਿਆਦਾ ਪਵਿੱਤਰ ਆਤਮਾ ਮੈਨੀਫੈਸਟ ਹੋਏਗਾ ਆਪਣੀ ਜ਼ਿੰਦਗੀ ਦੇ ਵਿੱਚ, ਤੇ ਉਨਾ ਹੀ ਜ਼ਿਆਦਾ ਪਰਮੇਸ਼ਰ ਦੀ ਸ਼ਕਤੀ ਮੈਨੀਫੈਸਟ ਹੋਏਗੀ, ਪਰਮੇਸ਼ਰ ਦੇ ਗਿਫਟਸ ਮੈਨੀਫੈਸਟ ਹੋਣਗੇ, ਪਰਮੇਸ਼ਰ ਦੇ ਚਿੰਨ੍ਹ ਮੈਨੀਫੈਸਟ ਹੋਣਗੇ, ਪਰਮੇਸ਼ਰ ਦੇ ਮਿਰਕਲਸ ਮੈਨੀਫੈਸਟ ਹੋਣਗੇ। ਉਨਾ ਹੀ ਜ਼ਿਆਦਾ ਰੱਬ ਦਾ ਨਾਮ ਉੱਚਾ ਹੋਵੇਗਾ, ਤੇ ਉਨਾ ਹੀ ਜ਼ਿਆਦਾ ਜਾਨਾਂ ਬਚਾਈਆਂ ਜਾਣਗੀਆਂ, ਤੇ ਉਨਾ ਹੀ ਜ਼ਿਆਦਾ ਪਰਮੇਸ਼ਰ ਨੂੰ ਆਪਾਂ ਪ੍ਰਸੰਨ ਕਰ ਸਕਾਂਗੇ। ਆਮੇਨ। ਸੋ ਰੱਬ ਦੇ ਬਣੋ, ਇਸ ਸਾਰੀ ਜਰਨੀ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਰੱਬ ਨੂੰ ਸੁਣਨਾ। ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਹੁਣ ਆਪਾਂ ਨੂੰ ਪਤਾ ਹੈਗਾ ਵਚਨ ਜਿਹੜਾ ਕਹਿ ਕੇ ਗਿਆ ਹੈਗਾ ਮੈਂ ਕਿ ਈਮਾਨ ਜਿਹੜਾ ਆ, ਫੇਥ ਕਮਸ ਬਾਈ ਹੀਅਰਿੰਗ। ਈਮਾਨ ਜਿਹੜਾ ਆ ਉਹ ਪਰਮੇਸ਼ਰ ਨੂੰ ਸੁਣ ਕੇ ਆਉਂਦਾ ਆ, ਲੇਕਿਨ ਸੁਣਨਾ ਪਰਮੇਸ਼ਰ ਦੇ ਵਚਨ ਥਾਈ ਹੁੰਦਾ। ਸੋ ਯਾਨੀ ਕਿ ਜਿੰਨਾ ਹੀ ਜ਼ਿਆਦਾ ਪਰਮੇਸ਼ਰ ਦਾ ਵਚਨ ਪੜਾਂਗੇ, ਜਿੰਨਾ ਜ਼ਿਆਦਾ ਪਰਮੇਸ਼ਰ ਦੇ ਵਚਨ ਨੂੰ ਆਪਾਂ ਸੁਣਾਂਗੇ ਜਾਂ ਪੜਾਂਗੇ, ਉਨਾ ਹੀ ਜ਼ਿਆਦਾ ਪਰਮੇਸ਼ਰ ਆਪਣੇ ਕੰਨ ਤਿਆਰ ਕਰੇਗਾ, ਆਪਣੇ ਕੰਨ ਤਰਾਸ਼ੇਗਾ, ਕੰਨਾਂ ਨੂੰ ਤਰਾਸ਼ਿਆ ਜਾਵੇਗਾ। ਉਹ ਕੰਨਾਂ ਦੇ ਥਾਈਂ ਦੀ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਦੇ ਵਾਸਤੇ ਆਪਣੇ ਕੰਨ ਤਿਆਰ ਕਰਾਂਗੇ। ਸਪੈਸ਼ਲ ਕੰਨ ਪਰਮੇਸ਼ਰ ਦੇਗਾ ਤਾਂ ਕਿ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕੀਏ। ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਵੱਧ ਤੋਂ ਵੱਧ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਚੱਲਣਾ ਹੈ। ਤੁਸੀਂ ਚਾਹ ਤੱਕ ਵੀ ਬਣਾਉਣੀ ਹੈ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਜਾਣਾ ਹੈ। ਤੁਸੀਂ ਕਿਸੇ ਨਾਲ ਗੱਲਬਾਤ ਵੀ ਕਰਨੀ ਹੈ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਗੱਲਬਾਤ ਕਰਨੀ ਹੈ। ਤੁਸੀਂ ਡਰਾਈਵ ਵੀ ਕਰਨੀ ਹੈ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਡਰਾਈਵ ਕਰਨੀ ਹੈ। ਤੁਸੀਂ ਜੋ ਕੁਝ ਵੀ ਕਰਨਾ ਸਾਰਾ ਦਿਨ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਜਾਣਾ, ਜਾਨੀ ਕਿ ਤੁਸੀਂ ਸਾਰਾ ਦਿਨ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਰਹੇ ਹੋ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਸਾਰਾ ਦਿਨ ਪਰਮੇਸ਼ਰ ਤੁਹਾਡੇ ਨਾਲ ਚੱਲ ਰਿਹਾ ਹੈ।
ਤੁਸੀਂ ਉਹਨੂੰ ਐਕਨੋਲੇਜ ਕਰ ਰਹੇ ਹੋ, ਪਰਮੇਸ਼ਰ ਤੁਹਾਡੇ ਅੰਗ ਸੰਗ ਚੱਲ ਰਿਹਾ। ਸੋ ਆਓ ਪ੍ਰਭੂ ਦੇ ਬਚਨ ਵਿੱਚ ਮੈਂ ਤੁਹਾਨੂੰ ਐਸੀ ਪੁਆਇੰਟ ਦੇ ਉੱਤੇ ਮੈਂ ਬਾਈਬਲ ਵਿੱਚੋਂ ਤੁਹਾਨੂੰ ਹੋਰ ਗਹਿਰਾਈ ਦੇ ਵਿੱਚ ਲੈ ਕੇ ਜਾਵਾਂਗੇ ਅੱਜ। ਸੋ ਪਰਮੇਸ਼ਰ ਦੇ ਗਹਿਰੇ ਵਚਨ ਦੇ ਵਿੱਚ ਜਾ ਕੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦਾ ਸੁਨੇਹਾ ਜੇ ਆਪਾਂ ਸਮਝ ਸਕਾਂਗੇ, ਪਰਮੇਸ਼ਰ ਦਾ ਸੁਨੇਹਾ ਆਪਣੀ ਜ਼ਿੰਦਗੀ 'ਚ ਬਰਕਤ ਲੈ ਕੇ ਆਵੇਗਾ, ਤਾਂ ਕਿ ਆਪਾਂ ਐਸੀ ਯਾਤਰਾ ਕਰ ਸਕੀਏ ਪ੍ਰਭੂ ਦੇ ਨਾਲ, ਆਪਾਂ ਰੱਬ ਦੇ ਨਾਲ ਚੱਲ ਸਕੀਏ ਤੇ ਰੱਬ ਆਪਣੇ ਨਾਲ ਚੱਲ ਸਕੇ। ਆਪਣੀ ਜਰਨੀ ਬਰਕਤ ਵਾਲੀ ਹੋਵੇ, ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਬਰਕਤ ਵਾਲਾ ਹੋਵੇ, ਪਰਿਵਾਰ ਦੇ ਵਿੱਚ ਆਪਾਂ ਬਰਕਤ ਵਾਲੇ ਹੋਈਏ, ਦੋਸਤਾਂ ਦੇ ਨਾਲ ਆਪਾਂ ਬਰਕਤ ਵਾਲੇ ਹੋਈਏ, ਚਰਚ ਦੇ ਵਿੱਚ ਆਪਾਂ ਬਰਕਤ ਵਾਲੇ ਹੋਈਏ। ਆਮੇਨ। ਜਿਹਦੇ ਨਾਲ ਵੀ ਤੁਸੀਂ ਮਿਲੋਗੇ, ਜਿਹਦੇ ਨਾਲ ਵੀ ਤੁਹਾਡਾ ਉੱਠਣਾ ਹੋਵੇਗਾ ਬਰਕਤ ਵਾਲਾ ਹੋਵੇਗਾ, ਬੈਠਣਾ ਬਰਕਤ ਵਾਲਾ ਹੋਵੇਗਾ, ਤੁਹਾਡਾ ਕਿਸੇ ਨਾਲ ਹੱਸਣਾ, ਕਿਸੇ ਨਾਲ ਬੋਲਣਾ ਬਰਕਤ ਵਾਲਾ ਹੋਵੇਗਾ, ਤੁਹਾਡਾ ਗੀਤ ਗਾਣਾ ਬਰਕਤ ਵਾਲਾ ਹੋਵੇਗਾ, ਤੁਹਾਡਾ ਟੈਸਟੀਮਨੀ ਦੇਣਾ ਬਰਕਤ ਵਾਲਾ ਹੋਵੇਗਾ। ਕਿਉਂ? ਕਿਉਂਕਿ ਪਰਮੇਸ਼ਰ ਤੁਹਾਡੇ ਨਾਲ ਆ। ਪਰਮੇਸ਼ਰ ਤੁਹਾਡੇ ਨਾਲ ਕਿਉਂ ਆ? ਕਿਉਂਕਿ ਉਹਦੀ ਆਵਾਜ਼ ਤੁਸੀਂ ਲਗਾਤਾਰ ਸੁਣ ਰਹੇ ਹੋ। ਆਮੇਨ। ਕਿਉਂ ਸੁਣ ਰਹੇ ਹੋ ਉਹਦੀ ਆਵਾਜ਼ ਲਗਾਤਾਰ? ਕਿਉਂਕਿ ਤੁਹਾਨੂੰ ਕੰਨ ਦਿੱਤੇ ਗਏ ਨੇ, ਖਾਸ ਕੰਨ ਤਿਆਰ ਕੀਤੇ ਨੇ, ਜਿਹੜੇ ਵਚਨ ਥਾਈ ਤੁਸੀਂ ਲੈ ਹੈਗੇ ਨੇ। ਆਓ ਪੜਾਂਗੇ ਪ੍ਰਭੂ ਦੇ ਵਚਨ ਜਾਵਾਂਗੇ। ਆਓ ਦੇਖੀਏ ਰੋਮਨਸ ਚੈਪਟਰ 8 ਦੇਖਾਂਗੇ ਤੇ ਵਰਸ 21, 22, 23 ਪੜਾਂਗੇ ਆਪਾਂ। ਇਹਨਾਂ ਵਿੱਚ ਆਪਾਂ ਰੁਕਾਂਗੇ ਇਹਨੂੰ ਵਿਸਤਾਰ ਦੇ ਵਿੱਚ ਅੰਡਰਸਟੈਂਡ ਕਰਨ ਵਾਸਤੇ। ਰੋਮਨਸ ਚੈਪਟਰ 8 ਵਰਸ 21 ਪੜਾਂਗੇ। ਜੀ ਹਾਂ। ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੇ ਬਾਲਕਾਂ ਦੀ ਵਡਿਆਈ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਹਾਂ ਬਈ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤੀਕ ਹੌਂਕੇ ਭਰਦੀ ਹੈ ਅਤੇ ਉਹਨੂੰ ਪੀੜਾਂ ਲੱਗੀਆਂ ਹੋਈਆਂ ਹਨ, ਅਤੇ ਨਿਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹੌਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ। ਪੁੱਤਰ ਹੋਣ ਦੀ ਉਡੀਕ ਵਿੱਚ ਬੈਠੇ ਆ। ਸਾਰੀ ਸ੍ਰਿਸ਼ਟੀ ਹੌਂਕੇ ਭਰ ਰਹੀ ਆ, ਸਾਰੀ ਸ੍ਰਿਸ਼ਟੀ ਇੰਤਜ਼ਾਰ ਕਰ ਰਹੀ ਆ, ਸਾਰੀ ਸ੍ਰਿਸ਼ਟੀ ਵੇਟ ਕਰ ਰਹੀ ਆ ਪਰਮੇਸ਼ਵਰ ਦੇ ਪੁੱਤਰਾਂ ਨੂੰ ਮੈਨੀਫੈਸਟ ਹੋਣ ਦੇ ਵਾਸਤੇ, ਕਿ ਪਰਮੇਸ਼ਵਰ ਦੇ ਪੁੱਤਰ ਜਿਹੜੇ ਨੇ ਉਹ ਮੈਨੀਫੈਸਟ ਹੋ ਜਾਣ, ਪਰਮੇਸ਼ਵਰ ਦੇ ਧੀਆਂ ਪੁੱਤਰ ਮੈਨੀਫੈਸਟ ਹੋ ਜਾਣ, ਆ ਜਾਣ, ਜਾਨੀ ਕਿ ਕੰਮ ਕਰਨ ਲੱਗ ਜਾਣ, ਜਾਨੀ ਕਿ ਐਕਸ਼ਨ ਦੇ ਵਿੱਚ ਆ ਜਾਣ। ਪਰਮੇਸ਼ਰ ਦੇ ਪੁੱਤਰ ਐਕਸ਼ਨ ਦੇ ਵਿੱਚ ਆ ਜਾਣ, ਪਵਿੱਤਰ ਪਰਮੇਸ਼ਰ ਦੇ ਪੁੱਤਰ ਮੈਨੀਫੈਸਟ ਹੋ ਜਾਣ, ਆ ਜਾਣ, ਉਤਰ ਆਣ। ਹੁਣ ਪਰਮੇਸ਼ਰ ਦਾ ਪੁੱਤਰ ਕਦੋਂ ਮੈਨੀਫੈਸਟ ਹੁੰਦਾ ਹੈ? ਹੁਣ ਸ਼ਾਇਦ ਤੁਸੀਂ ਕਹੋ ਪਾਸਟਰ ਜੀ ਅਸੀਂ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ ਗਿਆ, ਅਸੀਂ ਵੀ ਹੁਣ ਪਰਮੇਸ਼ਰ ਦੇ ਪੁੱਤਰ ਬਣ ਗਏ ਹੈਗੇ ਆ, ਅਸੀਂ ਵੀ ਹੁਣ ਪਰਮੇਸ਼ਰ ਦੇ ਧੀਆਂ ਬਣ ਗਏ ਹੈਗੇ ਆ। ਪਰਮੇਸ਼ਰ ਦਾ ਬੱਚਾ ਕਹਿੰਦਾ ਸਾਰੀ ਸ੍ਰਿਸ਼ਟੀ ਇੰਤਜ਼ਾਰ ਕਰ ਰਹੀ ਆ, ਹੌਂਕੇ ਭਰ ਰਹੀ ਆ, ਜਿੱਦਾਂ ਕਹਿ ਲਓ ਕਿ ਪ੍ਰਾਰਥਨਾ ਕਰ ਰਹੀ ਆ, ਹੌਂਕੇ ਭਰ ਰਹੀ ਆ, ਰੋ ਰਹੀ ਆ, ਕੁਰਲਾ ਰਹੀ ਆ ਕਿ ਪਰਮੇਸ਼ਰ ਦੇ ਪੁੱਤਰ ਜਿਹੜੇ ਨੇ ਉਹ ਮੈਨੀਫੈਸਟ ਹੋ ਜਾਣ, ਆ ਜਾਣ, ਪ੍ਰਗਟ ਹੋ ਜਾਣ, ਪਰਮੇਸ਼ਰ ਦੇ ਪੁੱਤਰ ਪ੍ਰਗਟ ਹੋ ਜਾਣ। ਪ੍ਰਭੂ ਦੇ ਵੱਲੋਂ ਆਪਾਂ ਪ੍ਰਗਟ ਹੋਣਾ ਆ, ਆਪਾਂ ਪਰਮੇਸ਼ਰ ਦੇ ਪੁੱਤਰ ਪ੍ਰਗਟ ਹੋਣੇ ਚਾਹੀਦੇ ਨੇ। ਤੇ ਕਹਿੰਦਾ ਕਿ ਇਕੱਲੇ ਸ੍ਰਿਸ਼ਟੀ ਨਹੀਂ ਬਲਕਿ ਅਸੀਂ ਵੀ, ਸਾਡੀਆਂ ਰੂਹਾਂ ਵੀ ਅੰਦਰੋਂ ਹੌਂਕੇ ਭਰ ਕੇ ਦੁਆ ਕਰ ਰਹੀਆਂ ਨੇ ਪਰਮੇਸ਼ਰ ਦੇ ਅੱਗੇ, ਤਾਂ ਕਿ ਪਰਮੇਸ਼ਰ ਦੇ ਪੁੱਤਰ ਜਿਹੜੇ ਮੈਨੀਫੈਸਟ ਹੋ ਸਕਣ। ਪੜਾਂਗੇ ਆਪਾਂ ਇਹ ਵਰਸ 22, 23 ਦੁਆਰਾ ਦੇਖਾਂਗੇ। ਜੀ ਹਾਂ। ਅਸੀਂ ਜਾਣਦੇ ਹਾਂ ਬਈ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤੀਕ ਹੌਂਕੇ ਭਰਦੀ ਹੈ ਅਤੇ ਉਹਨੂੰ ਪੀੜਾਂ ਲੱਗੀਆਂ ਹੋਈਆਂ ਹਨ, ਅਤੇ ਨਿਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹੌਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ। ਦੇਖੋ ਤੁਸੀਂ ਪੁੱਤਰ ਹੋਣ ਦੀ ਵੀ ਉਡੀਕ ਵਿੱਚ ਬੈਠੇ ਆ, ਦੇਹੀ ਦੇ ਨਿਸਤਾਰੇ 'ਚ ਵੀ ਬੈਠੇ ਆ। ਲੇਕਿਨ ਜਿਨ੍ਹਾਂ ਨੂੰ ਪਵਿੱਤਰ ਆਤਮਾ ਦਾ ਕਹਿੰਦੇ ਬੀਜ ਮਿਲਿਆ ਆ, ਪਹਿਲਾ ਫਲ ਮਿਲਿਆ, ਪਵਿੱਤਰ ਆਤਮਾ ਦਾ ਪਹਿਲਾ ਫਲ ਮਿਲਿਆ, ਜਾਨੀ ਕਿ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ ਤੁਸੀਂ। ਜਦੋਂ ਪਵਿੱਤਰ ਆਤਮਾ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ, ਪਵਿੱਤਰ ਆਤਮਾ ਦਾ ਪਹਿਲਾ ਫਲ ਤੁਹਾਨੂੰ ਮਿਲ ਗਿਆ, ਜਾਨੀ ਕਿ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ 'ਚ ਆ ਗਿਆ ਹੈ। ਹੁਣ ਜੋ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ 'ਚ ਆ ਗਿਆ ਆ, ਹੁਣ ਤੁਹਾਡੀ ਰੂਹ ਕੁਰਲਾ ਰਹੀ ਆ, ਹੁਣ ਸ੍ਰਿਸ਼ਟੀ ਵੀ ਕੁਰਲਾ ਰਹੀ ਆ, ਹੁਣ ਪ੍ਰਾਰਥਨਾ ਹੋ ਰਹੀ ਆ, ਹੁਣ ਇਹ ਕਸ਼ਿਸ਼ ਚੱਲ ਰਹੀ ਆ, ਇਹ ਲੜਾਈ ਚੱਲ ਰਹੀ ਆ, ਤਾਂ ਕਿ ਤੁਹਾਡੇ ਵਿੱਚੋਂ ਰੱਬ ਦਾ ਪੁੱਤਰ ਜਿਹੜਾ ਹੈਗਾ ਆ ਉਹ ਮੈਨੀਫੈਸਟ ਹੋ ਜਾਵੇ, ਤਾਂ ਕਿ ਤੁਹਾਡੇ ਵਿੱਚੋਂ ਤੁਹਾਡੇ ਪਰਮੇਸ਼ਰ ਦੇ ਪੁੱਤਰ ਜਿਹੜੇ ਨੇ ਉਹ ਮੈਨੀਫੈਸਟ ਹੋ ਜਾਣ। ਆਮੇਨ। ਇਹ ਪ੍ਰਭੂ ਦਾ ਵਚਨ ਕਹਿੰਦਾ ਹੈਗਾ। ਆਪਾਂ ਵਰਸ 23 ਪੜ੍ਹ ਲਿਆ ਹੈਗਾ। ਸੋ ਆਓ ਦੇਖਾਂਗੇ ਹੁਣ ਆਪਾਂ ਰੋਮਨ ਚੈਪਟਰ 8 ਵਰਸ 19 ਦੇਖਾਂਗੇ ਪਹਿਲਾਂ, ਫਿਰ ਵਰਸ 18 ਦੇਖਾਂਗੇ। ਠੀਕ ਹੈ, ਆਓ ਪੜ੍ਹੀਏ ਰੋਮਨ ਚੈਪਟਰ 8 ਵਰਸ 19 ਪਹਿਲਾਂ। ਜੀ ਹਾਂ। ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਆ ਦੇਖਿਆ, ਇਹਦੇ ਵਿੱਚ ਕਲੀਅਰ ਆ ਗਿਆ ਨਾ, ਪਰਮੇਸ਼ਰ ਵਿੱਚ ਲਿਖਿਆ ਸ੍ਰਿਸ਼ਟੀ ਵੱਡੀ ਚਾਹ ਨਾਲ। ਸੋਚੋ ਤੁਸੀਂ, ਸਾਰੀ ਸ੍ਰਿਸ਼ਟੀ, ਸਾਰੇ ਦੂਤ ਹੈ, ਸਾਰੇ ਸਵਰਗ, ਸਾਰਾ ਕੁਝ ਵੱਡੀ ਚਾਹ ਨਾਲ
ਉਹਨਾਂ ਦੀ ਵੱਡੀ ਉਡੀਕ ਆ, ਉਹਨਾਂ ਦੀ ਵੱਡੀ ਚਾਹ ਆ। ਸਾਰਾ ਸਵਰਗ ਚਾਹ ਰੱਖਿਆ ਬੈਠਾ ਤੁਹਾਡੇ ਵਾਸਤੇ ਹੈ। ਸਾਰਾ ਸਵਰਗ ਜਿਹੜਾ ਇੰਤਜ਼ਾਰ ਕਰ ਰਿਹਾ ਤੁਹਾਡੇ ਵਾਸਤੇ ਤਾਂ ਕਿ ਪਰਮੇਸ਼ਰ ਦੇ ਪੁੱਤਰ ਮੈਨੀਫੈਸਟ ਹੋ ਜਾਣ। ਸਾਰੀ ਸ੍ਰਿਸ਼ਟੀ ਵੱਡੀ ਚਾਹ ਨਾਲ ਉਡੀਕਾਂ ਦੇ ਵਿੱਚ ਆ, ਉਡੀਕ ਕਰ ਰਹੀ ਆ ਕਿ ਪਰਮੇਸ਼ਰ ਦੇ ਪੁੱਤਰ ਪ੍ਰਗਟ ਹੋ ਜਾਣ। ਇੱਕ ਫਿਰ ਪੜੋ ਧਿਆਨ ਨਾਲ, ਜ਼ਬਰਦਸਤ ਵਰਸ ਹੈ ਪ੍ਰਾਪਤ ਕਰੋ। ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਪ੍ਰਕਾਸ਼ ਹੋਣ ਨੂੰ, ਪ੍ਰਗਟ ਹੋਣ ਨੂੰ, ਜਾਨੀ ਕਿ ਪਰਮੇਸ਼ਰ ਦੇ ਪੁੱਤਰ ਪ੍ਰਗਟ ਹੋ ਜਾਣ। ਪਾਸਟਰ ਜੀ, ਅਸੀਂ ਤਾਂ ਸੋਚਿਆ ਸੀ ਅਸੀਂ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ ਆ, ਹੁਣ ਅਸੀਂ ਪਰਮੇਸ਼ਰ ਦੇ ਪੁੱਤਰ ਬਣ ਗਏ ਆ। ਤੁਹਾਡੇ ਵਿੱਚ ਪਵਿੱਤਰ ਆਤਮਾ ਦਾ ਪਹਿਲਾ ਫਲ ਆ ਗਿਆ ਹੈ। ਹੁਣ ਤੁਹਾਡੇ ਵਿੱਚੋਂ ਪ੍ਰਾਰਥਨਾ ਜਾਰੀ ਹੈ। ਤੁਸੀਂ ਉੱਥੇ ਤੱਕ ਪਹੁੰਚ ਸਕੋ ਜੇ ਤੁਸੀਂ ਕਹਿ ਸਕੋ ਕਿ ਹੁਣ ਪਰਮੇਸ਼ਰ ਦੇ ਪੁੱਤਰ ਸਾਡੇ ਵਿੱਚ ਪ੍ਰਗਟ ਹੋ ਗਏ ਆ, ਮੇਰੇ ਵਿੱਚ ਪ੍ਰਗਟ ਹੋ ਗਿਆ ਆ। ਜਾਨੀ ਕਿ ਪਰਮੇਸ਼ਰ ਦੇ ਪੁੱਤਰ ਦੀ ਮੈਨੀਫੈਸਟੇਸ਼ਨ ਉਤਰ ਆਈ ਆ ਜਾਂ ਨਜ਼ਰ ਆ ਰਹੀ ਹੈ। ਆਮੀਨ। ਉੱਥੇ ਤੱਕ ਪਹੁੰਚਣਾ ਹੈ ਆਪਾਂ ਤਾਂ ਕਿ ਆਪਣੇ ਵਿੱਚੋਂ ਦੀ ਆਪਾਂ ਕਹਿ ਸਕੀਏ ਕਿ ਪਰਮੇਸ਼ਰ ਦਾ ਪੁੱਤਰ, ਜਾਨੀ ਕਿ ਆਪਾਂ ਪਰਮੇਸ਼ਰ ਦੇ ਪੁੱਤਰ ਮੈਨੀਫੈਸਟ ਹੋ ਗਏ ਆ, ਪ੍ਰਗਟ ਹੋ ਰਹੇ ਹਨ, ਹੁਣ ਪ੍ਰਕਾਸ਼ ਹੋ ਰਿਹਾ ਹੈ। 18ਵਾਂ ਵਰਸ ਦੇਖੋ ਧਿਆਨ ਦੇ ਨਾਲ, ਕੀ ਲਿਖਿਆ ਹੈ, ਕੀ ਮਤਲਬ ਆ ਇਹਦਾ। ਆਓ ਦੇਖੀਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਰੋਮਨ ਚੈਪਟਰ 8 ਵਰਸ 18 ਦੁਆਰਾ ਪੜਾਂਗੇ ਇੱਕ ਵਾਰ ਫਿਰ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ ਹਨ। ਇੰਨੀਆਂ ਮੁਸ਼ਕਿਲਾਂ ਵਿੱਚੋਂ ਦੀ ਆਪਾਂ ਲੰਘਦੇ ਆ, ਇੰਨੀਆਂ ਸਿਚੁਏਸ਼ਨ ਦੇ ਵਿੱਚੋਂ ਨਿਕਲਦੇ ਆ, ਇੰਨੀਆਂ ਪ੍ਰੋਬਲਮ ਦੇ ਵਿੱਚੋਂ ਨਿਕਲਦੇ ਆ। ਦਰਦ ਆਂਦਾ ਆ, ਤਕਲੀਫ ਹੁੰਦੀ ਆ, ਚੀਕਾਂ ਮਾਰਦੇ ਆ, ਰੋਨੇ ਆ, ਕੁਰਲਾਨੇ ਆ, ਪਾਸਟਰ ਜੀ ਕੀ ਕਰੀਏ, ਪਾਸਟਰ ਜੀ ਆ ਹੋ ਗਿਆ, ਉਹ ਹੋ ਗਿਆ। ਲੇਕਿਨ ਵਚਨ ਕਹਿੰਦਾ ਆ ਇਹ ਸਾਰਾ ਕੁਝ ਤਾਂ ਹੋ ਰਿਹਾ ਆਪਣੇ ਵਿੱਚ, ਇਹ ਸਾਰਾ ਕੁਝ ਐਜ਼ ਏ ਪਰਤਿਆਵੇ, ਐਜ਼ ਏ ਟੈਸਟ, ਐਜ਼ ਏ ਰੱਬ ਦੀ ਪ੍ਰੋਸੈਸ ਆਪਣੀ ਜ਼ਿੰਦਗੀ 'ਚ ਹੋ ਰਹੀ ਆ ਤਾਂ ਕਿ ਸਾਡੇ ਵਿੱਚੋਂ ਪਰਮੇਸ਼ਰ ਦੇ ਪੁੱਤਰ ਜਿਹੜਾ ਆ ਉਹ ਮੈਨੀਫੈਸਟ ਹੋ ਜਾਵੇ, ਤਾਂ ਕਿ ਆਪਾਂ ਉਸ ਪ੍ਰਕਾਸ਼ ਦੇ ਵਿੱਚ ਆ ਜਾਈਏ, ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਦੇ ਵਿੱਚ ਆ ਜਾਈਏ। ਆਮੀਨ। ਤੇ ਜਿੱਦਣ ਪ੍ਰਭੂ ਦੇ ਪੈਰੋਂ ਤੁਸੀਂ ਪਰਮੇਸ਼ਰ ਦੇ ਪੁੱਤਰ ਬਣ ਗਏ ਮੈਨੀਫੈਸਟੇਸ਼ਨ ਦੇ ਵਿੱਚ, ਉਦਣ ਪ੍ਰਭੂ ਦੇ ਪੈਰੋਂ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦਾ ਜਲਾਲ, ਪਰਮੇਸ਼ਰ ਦੀ ਗਲੋਰੀ ਇੰਨੀ ਜ਼ੋਰਾਂ ਦੇ ਨਾਲ ਹੋਏਗੀ ਤੁਹਾਡੀ ਜ਼ਿੰਦਗੀ ਦੇ ਉੱਤੇ ਕਿ ਤੁਹਾਡੇ ਥਾਈਂ ਦੀ ਜਿਹੜੀ ਫਲੋ ਹੋਏਗੀ, ਜਿਹਦੇ ਨਾਲ ਪਰਮੇਸ਼ਰ ਨੂੰ ਸਾਰੀ ਮਹਿਮਾ ਮਿਲੇਗੀ, ਪਰਮੇਸ਼ਰ ਦਾ ਨਾਮ ਉੱਚਾ ਕੀਤਾ ਜਾਵੇਗਾ, ਤੁਸੀਂ ਸੋਚ ਵੀ ਨਹੀਂ ਸਕਦੇ। ਅੱਗੇ ਦੇਖਾਂਗੇ ਪ੍ਰਭੂ ਦੇ ਪੈਰੋਂ। आओ देखिए रोमन चैप्टर 8 दिखाएंगे, और 14वां वर्ष पढ़ाएंगे, वर्स 14:14। जी हाँ, रोमन चैप्टर 8 वर्स 14। ਜਿਨ੍ਹਾਂ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹੀ ਪਰਮੇਸ਼ਰ ਦੇ ਪੁੱਤਰ ਹਨ। ਆਦੇ ਪਰਮੇਸ਼ਰ ਦੇ ਪੁੱਤਰ ਉਹ ਨਹੀਂ ਗਏ ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ ਤੇ ਪਵਿੱਤਰ ਆਤਮਾ ਪ੍ਰਾਪਤ ਕਰ ਲਿਆ। ਉਹ ਸ਼ੁਰੂਆਤ ਹੈ। ਲੇਕਿਨ ਪਰਮੇਸ਼ਰ ਦੇ ਪੁੱਤਰ ਕੌਣ ਨੇ? ਪਰਮੇਸ਼ਰ ਦੇ ਪੁੱਤਰ ਉਹ ਨੇ ਜਿਹੜੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲਦੇ ਨੇ, ਪਵਿੱਤਰ ਆਤਮਾ ਦੀ ਗਾਈਡੈਂਸ ਹੇਠ ਚੱਲਦੇ ਨੇ। ਜਾਣੀ ਕਿ ਗਾਈਡੈਂਸ ਹੇਠ ਮਤਲਬ ਉਹਨਾਂ ਨੇ ਜੋ ਕੁਝ ਵੀ ਕਰਨਾ ਹੈ ਪਵਿੱਤਰ ਆਤਮਾ ਨੂੰ ਸੁਣ ਕੇ ਕਰਨਾ ਹੈ। ਜਾਣੀ ਕਿ ਉਹਨਾਂ ਨੂੰ ਐਸੇ ਕੰਨ ਮਿਲ ਚੁੱਕੇ ਨੇ, ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਣਾ, ਉਹਨਾਂ ਦਾ ਉੱਠਣਾ, ਉਹਨਾਂ ਦਾ ਪੈਣਾ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਬੋਲਣਾ ਚੱਲਣਾ, ਉਹਨਾਂ ਨਾਲ ਕਿਸੇ ਨਾਲ ਗੱਲਬਾਤ ਕਰਨਾ, ਉਹਨਾਂ ਦਾ ਬੈਠ ਕੇ ਕੁਝ ਫੈਮਿਲੀ ਦਾ ਟਾਈਮ ਸਪੈਂਡ ਕਰਨਾ। ਜਿੱਥੇ ਵੀ ਨੇ ਕੰਮ ਤੇ ਨੇ, ਉਹ ਚਰਚ ਵਿੱਚ ਨੇ, ਉਹ ਡਰਾਈਵ ਕਰ ਰਹੇ ਨੇ, ਉਹ ਕੋਈ ਸਿਚੁਏਸ਼ਨ ਸੋਲਵ ਕਰ ਰਹੇ ਨੇ, ਕੋਈ ਪ੍ਰੋਬਲਮ ਨੂੰ ਹੈਂਡਲ ਕਰ ਰਹੇ ਨੇ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਬਤੀਤ ਕਰ ਰਹੇ ਨੇ। ਲੇਕਿਨ ਸਾਰਾ ਦਿਨ ਉਹਨਾਂ ਦੇ ਕੰਨ ਪਰਮੇਸ਼ਰ ਦੀ ਆਵਾਜ਼ ਤੇ ਲੱਗੇ ਹੋਏ ਨੇ, ਉਹ ਪਰਮੇਸ਼ਰ ਨੂੰ ਸੁਣ ਰਹੇ ਨੇ, ਉਹਨਾਂ ਦੇ ਕੰਨ ਪਰਮੇਸ਼ਰ ਦੀ ਆਵਾਜ਼ ਵਾਸਤੇ ਖੁੱਲ ਗਏ ਨੇ। ਇਹ ਸਾਰੀਆਂ ਪ੍ਰੋਬਲਮਾਂ, ਇਹ ਸਾਰੀਆਂ ਸਿਚੁਏਸ਼ਨਸ, ਇਹ ਸਾਰੀਆਂ ਮੁਸ਼ਕਲਾਂ ਤੁਹਾਨੂੰ ਪਰਮੇਸ਼ਰ ਦੇ ਚਰਨਾਂ ਵੱਲ ਖਿੱਚਦੀਆਂ ਨੇ, ਪਰਮੇਸ਼ਰ ਦੇ ਚਰਨਾਂ ਵੱਲ ਖਿੱਚਦੀਆਂ ਨੇ। ਪਹਿਲਾਂ ਸਾਨੂੰ ਥੋੜੀ ਰੱਬ ਦੀ ਲੋੜ ਸੀਗੀ, ਮੇਬੀ ਦਿਨ 'ਚ ਕਦੀ ਵਾਰ ਕਦੇ ਲੋੜ ਪੈਂਦੀ ਸੀ, ਫਿਰ 2-3 ਵਾਰ ਲੋੜ ਪੈਣ ਲੱਗੀ ਰੱਬ ਦੀ, ਫਿਰ ਪ੍ਰੋਬਲਮਾਂ ਸਿਚੁਏਸ਼ਨ ਵੱਧ ਗਈਆਂ, ਫਿਰ ਆਪਾਂ ਨੂੰ 4-5 ਵਾਰ ਲੋੜ ਪੈਣ ਲੱਗੀ, ਫਿਰ 4-5 ਵਾਰ ਅਸੀਂ ਪ੍ਰਭੂ ਦੇ ਚਰਨਾਂ ਚਾਹੁੰਦੇ ਸੀ, ਫਿਰ ਆਪਾਂ ਦਿਨ 'ਚ 10-15 ਵਾਰ ਪ੍ਰਭੂ ਦੇ ਚਰਨਾਂ ਚਾਹੁੰਦੇ ਸੀ, ਫਿਰ ਆਪਾਂ ਦਿਨ ਵਿੱਚ 20-25 ਵਾਰ ਪ੍ਰਭੂ ਦੇ ਚਰਨਾਂ ਵਿੱਚ ਆਉਂਦੇ ਸੀ, ਫਿਰ ਪਤਾ ਲੱਗਿਆ ਵੀ ਘੰਟੇ ਵਿੱਚ ਹੀ ਕਿੰਨੀ ਵਾਰ ਪ੍ਰਭੂ
ਪ੍ਰਭੂ ਦੇ ਚਰਨਾਂ 'ਚ ਆਏ, ਫਿਰ ਪਤਾ ਲੱਗਿਆ ਕਿ ਮਿੰਟਾਂ ਦੇ ਵਿੱਚ ਵੀ ਪ੍ਰਭੂ ਦੇ ਚਰਨਾਂ 'ਚ ਆਏ, ਲੇਕਿਨ ਹੁਣ ਆਪਾਂ ਨੂੰ ਪਤਾ ਲੱਗਿਆ ਕਿ ਹਰ ਸੈਕਿੰਡ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਹੈਗੇ ਆ। ਪ੍ਰਭੂ ਨੇ ਕਲੋਨਸ ਕਰ ਰਹੇ, ਪ੍ਰਭੂ ਜੀ ਇਸ ਸਿਚੁਏਸ਼ਨ ਮੈਨੂੰ ਤੇਰੀ ਲੋੜ ਆ, ਪ੍ਰਭੂ ਜੀ ਮੈਂ ਕੁਝ ਬਣਾਉਣ ਜਾ ਰਿਹਾ ਆ, ਮੈਨੂੰ ਤੇਰੀ ਲੋੜ ਆ, ਪ੍ਰਭੂ ਜੀ ਮੈਂ ਖਾਣ ਜਾ ਰਿਹਾ, ਮੈਨੂੰ ਤੇਰੀ ਲੋੜ ਆ, ਪ੍ਰਭੂ ਜੀ ਮੈਂ ਕਿਸੇ ਨੂੰ ਫੋਨ ਤੇ ਗੱਲਬਾਤ ਕਰਨ ਜਾ ਰਿਹਾ, ਮੈਨੂੰ ਤੇਰੀ ਲੋੜ ਆ, ਮੇਰੇ ਨਾਲ ਹੋ, ਪ੍ਰਭੂ ਜੀ ਮੈਂ ਕਿਸੇ ਲਈ ਪ੍ਰੇ ਕਰਨ ਜਾ ਰਿਹਾ, ਮੈਨੂੰ ਤੇਰੀ ਲੋੜ ਆ, ਪ੍ਰਭੂ ਜੀ ਮੈਂ ਫਲਾਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਨਾ, ਮੈਨੂੰ ਤੇਰੀ ਲੋੜ ਆ। ਜਾਣੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਭੈਣ ਭਰਾ ਪਰਮੇਸ਼ਰ ਦੀ ਅਗਵਾਈ ਹੇਠ, ਪਰਮੇਸ਼ਰ ਦੇ ਵਚਨਾਂ ਨੂੰ ਸੁਣ ਕੇ, ਪਰਮੇਸ਼ਰ ਦੇ ਸ਼ਬਦਾਂ ਨੂੰ ਸੁਣ ਕੇ ਚੱਲਦੇ ਨੇ, ਉਹੀ ਪਰਮੇਸ਼ਰ ਦੇ ਪੁੱਤਰ ਕਹਿਲਾਏ ਜਾਂਦੇ ਨੇ। ਇੱਕ ਵਾਰ ਫਿਰ ਪੜਾਂਗੇ ਵਰਸ, ਬੜਾ ਜ਼ਬਰਦਸਤ ਵਰਸ ਹੈਗਾ, ਮਾਈਟੀ ਵਰਸ ਹੈਗਾ। ਉਡੀਕ ਕਰਦੀ ਹੈ ਸ੍ਰਿਸ਼ਟੀ ਸਾਰੀ ਕਿ ਪਰਮੇਸ਼ਰ ਦੇ ਪੁੱਤਰ ਜਿਹੜੇ ਨੇ ਉਹਨਾਂ ਦੇ ਪ੍ਰਕਾਸ਼ ਹੋ ਸਕੇ। ਆਪਣੀਆਂ ਰੂਹਾਂ ਵੀ ਜਿਹੜੀ ਕਰ ਰਹੀਆਂ ਨੇ, ਪ੍ਰੇ ਕਰ ਰਹੀਆਂ ਨੇ ਅੰਦਰ ਰੱਬ ਦੇ ਅੱਗੇ, ਪੁਕਾਰ ਰਹੀਆਂ ਨੇ ਰੱਬ ਨੂੰ, ਤਾਂ ਕਿ ਪਰਮੇਸ਼ਰ ਦੇ ਪੁੱਤਰ ਜਿਹੜੇ ਨੇ ਪ੍ਰਕਾਸ਼ ਹੋ ਸਕੇ। ਤੇ ਕੌਣ ਹੈ ਪਰਮੇਸ਼ਰ ਦੇ ਪੁੱਤਰ? ਉਹ ਜਿਹੜੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲਦੇ ਨੇ। ਪੜਾਈ ਦੁਆਰਾ ਫਿਰ ਜੀ ਹਾਂ, ਵਰਸ 14। ਜਿਨ੍ਹਾਂ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਨਾਲ ਚੱਲਦੇ ਹਨ, ਉਹੀ ਪਰਮੇਸ਼ਰ ਦੇ ਪੁੱਤਰ ਹਨ। ਉਹੀ, ਸਿਰਫ ਉਹੀ ਪਰਮੇਸ਼ਰ ਦੇ ਪੁੱਤਰ ਹਨ ਜਿਹੜੇ ਪਵਿੱਤਰ ਆਤਮਾ, ਜਿਹੜੇ ਪਰਮ ਆਤਮਾ ਦੀ ਅਗਵਾਈ ਹੇਠ ਚੱਲਦੇ ਨੇ। ਵਰਸ 13 ਦੇਖੋ ਹੁਣ, ਵਰਸ 13 ਜੀ ਹਾਂ। ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ, ਪਰ ਜੇ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ। ਵਾਹ ਵਾਹ, ਜੇ ਸਰੀਰ ਦੇ ਕਾਮਨਾਵਾਂ ਦੇ ਮੁਤਾਬਿਕ ਉਮਰ ਕੱਟਾਂਗੇ, ਮਰਨਾ ਪਏਗਾ, ਲੇਕਿਨ ਜੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਆਪਾਂ ਦੇਹੀਆਂ ਦੇ ਕੰਮਾਂ ਨੂੰ ਖਤਮ ਕਰ ਦਿਆਂਗੇ, ਡਿਸਟਰੋਏ ਕਰ ਦਿਆਂਗੇ, ਤੇ ਜੀਵਨ ਮਿਲੇਗਾ। ਜਦੋਂ ਪਵਿੱਤਰ ਆਤਮਾ ਦੀ ਆਵਾਜ਼ ਸੁਣ ਕੇ ਚੱਲਦੇ ਹਾਂ, ਜਿਉਂ-ਜਿਉਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਚੱਲਦੇ ਹਾਂ, ਤਿਉਂ-ਤਿਉਂ ਪਰਮੇਸ਼ਰ ਦੇ ਪੁੱਤਰ ਦਾ ਪ੍ਰਕਾਸ਼ ਤੁਹਾਡੀ ਜ਼ਿੰਦਗੀ 'ਚ ਹੁੰਦਾ ਰਹੇਗਾ, ਤਿਉਂ-ਤਿਉਂ ਪਰਮੇਸ਼ਰ ਮੈਨੀਫੈਸਟ ਹੁੰਦਾ ਰਹੇਗਾ ਤੁਹਾਡੀ ਜ਼ਿੰਦਗੀ 'ਚ। ਜਿਉਂ-ਜਿਉਂ ਪਰਮੇਸ਼ਰ ਦੀ ਮੈਨੀਫੈਸਟੇਸ਼ਨ ਤੁਹਾਡੀ ਜ਼ਿੰਦਗੀ 'ਚ ਹੋਏਗੀ, ਤਿਉਂ-ਤਿਉਂ ਦੇਹੀ ਦੇ ਕੰਮ ਜਿਹੜੇ ਨੇ, ਪਾਪ ਜਿਹੜਾ ਆ ਤੁਹਾਡੇ ਵਿੱਚ ਮਰੇਗਾ, ਖਤਮ ਹੋਏਗਾ, ਡਿਸਟਰੋਏ ਕਰ ਦਿੱਤਾ ਜਾਵੇਗਾ। ਸੋ ਸਿਰਫ ਰੱਬ ਦੀ ਆਵਾਜ਼ ਨੂੰ ਸੁਣ ਕੇ ਜਦੋਂ ਮੈਨੀਫੈਸਟੇਸ਼ਨ ਹੋ ਜਾਂਦੀ ਹੈ ਤੁਹਾਡੇ ਵਿੱਚ, ਪੁੱਤਰਾਂ ਦਾ ਪ੍ਰਕਾਸ਼ ਤੁਹਾਡੇ ਵਿੱਚ ਹੋ ਰਿਹਾ ਆ, ਉਸ ਪ੍ਰਕਾਸ਼ ਦੇ ਨਾਲ, ਪਰਮੇਸ਼ਰ ਦੀ ਹਜ਼ੂਰੀ ਨਾਲ, ਪਰਮੇਸ਼ਰ ਦੀ ਅਨੋਇੰਟਿੰਗ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੀਆਂ ਸਰੀਰਕ ਕਾਮਨਾਵਾਂ ਨੇ, ਜਿਹੜੀ ਜੈਲਸੀ ਆ, ਜਿਹੜੀ ਗੁੱਸਾ ਆ, ਜਿਹੜਾ ਗਿਲਾ ਆ, ਜਿਹੜਾ ਘਮੰਡ ਆ, ਜਿਹੜੀ ਈਰਖਾ ਆ, ਜਿਹੜੀ ਡਿਸਯੂਨਿਟੀ ਆ, ਧੋਖਾਬਾਜ਼ੀ ਆ, ਸ਼ਰਾਬਾਂ, ਨਸ਼ੇ ਨੇ ਜਿਹੜੇ, ਹਰਾਮਕਾਰੀ ਜਾਂ ਹੋਰ ਕਿਤਨੀਆਂ ਚੀਜ਼ਾਂ ਜਿਹੜੀਆਂ ਨੇ ਸਰੀਰਕ ਕਾਮਨਾ, ਉਹ ਸਾਰੀਆਂ ਡਿਸਟਰੋਏ ਕੀਤੀਆਂ ਜਾਂਦੀਆਂ ਨੇ। ਪਵਿੱਤਰ ਆਤਮਾ ਕਰਦਾ ਉਹਨੂੰ, ਬੰਦਾ ਆਪ ਆਪਣੇ ਜ਼ੋਰ ਨਾਲ ਨਹੀਂ ਕਰ ਸਕਦਾ। ਪਵਿੱਤਰ ਆਤਮਾ ਦੇ ਵਿੱਚ ਵਧਾਂਗੇ ਤੇ ਫਿਰ ਪਵਿੱਤਰ ਆਤਮਾ ਦੀ ਹਜ਼ੂਰੀ ਉਹ ਸਾਰੀਆਂ ਚੀਜ਼ਾਂ ਨੂੰ ਸਰੀਰ ਦੇ ਵਿੱਚ ਡਿਸਟਰੋਏ ਕਰਦਾ ਹੈ। ਜਿਉਂ-ਜਿਉਂ ਡਿਸਟਰੋਏ ਕਰੀ ਜਾਏਗਾ, ਜਿਉਂ-ਜਿਉਂ ਰੂਹ ਦੇ ਵਿੱਚ ਤੁਹਾਨੂੰ ਤਰੱਕੀ ਮਿਲਦੀ ਰਹੇਗੀ। ਆਮੀਨ। ਤੇ ਤੁਸੀਂ ਸਾਰਾ ਦਿਨ ਪਰਮੇਸ਼ਰ ਦੇ ਨਾਲ ਤੁਰ ਸਕਦੇ ਹੋ ਪ੍ਰਭੂ ਦੇ ਨਾਲ, ਤੇ ਇਹਦਾ ਰਿਵਾਰਡ ਵੱਡਾ ਹੋਵੇਗਾ, ਇਹਦਾ ਇਨਾਮ ਵੱਡਾ ਹੋਵੇਗਾ ਭੈਣੋ ਤੇ ਭਰਾਵੋ। ਇਹਦਾ ਇਨਾਮ ਤੁਸੀਂ ਤੇ ਤੁਹਾਡਾ ਪਰਿਵਾਰ ਪ੍ਰਾਪਤ ਕਰੇਗਾ। ਜਾਨੀ ਕਿ ਤੁਹਾਡੀ ਮਿਹਨਤ ਪਰਮੇਸ਼ਰ ਦੇ ਵਿੱਚ ਵਿਅਰਥ ਨਹੀਂ ਜਾਏਗੀ, ਜਾਨੀ ਕਿ ਤੁਹਾਡੀ ਭਗਤੀ ਪਰਮ ਆਤਮਾ ਦੇ ਨਾਲ ਵਿਅਰਥ ਨਹੀਂ ਜਾਏਗੀ। ਪਰਮੇਸ਼ਰ ਦਾ ਇਨਾਮ ਤੁਹਾਡੇ ਉੱਤੇ, ਤੁਹਾਡੇ ਪਰਿਵਾਰ ਦੇ ਉੱਤੇ ਪਹੁੰਚੇਗਾ, ਤੇ ਤੁਸੀਂ ਵੀ ਤਰੱਕੀ ਕਰੋਗੇ, ਤੁਹਾਡਾ ਪਰਿਵਾਰ ਤਰੱਕੀ ਕਰੇਗਾ, ਤੇ ਪਰਮੇਸ਼ਰ ਦਾ ਨਾਮ ਉੱਚਾ ਕੀਤਾ ਜਾਵੇਗਾ। ਆਮੀਨ। ਆਓ ਦੇਖਾਂਗੇ ਆਪਾਂ ਅਗਲਾ ਵਰਸ ਪ੍ਰਭੂ ਦੇ ਭੈਣੋ। ਜੀ ਹਾਂ, ਰੋਮਨਸ ਚੈਪਟਰ 8 ਆਪਾਂ ਪੜ੍ਹ ਕੇ ਗਏ ਆ, ਉਹਦਾ ਵਰਸ 23 ਪੜ੍ਹ ਕੇ ਗਏ ਹੈਗੇ ਆ ਪਹਿਲਾਂ, ਤੇ ਆਓ ਦੇਖੀਏ ਵਰਸ 11 ਹੁਣ। ਰੋਮਨਸ ਚੈਪਟਰ 8 ਵਰਸ 11। ਅਤੇ ਜੇ ਉਹਦਾ ਆਤਮਾ ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਹਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਲਿਆ, ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ, ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਵੀ ਜਵਾਵੇਗਾ। ਵਾਓ, ਆਮੀਨ। ਜਾਨੀ ਕਿ ਪ੍ਰਭੂ ਦੇ ਭੈਣੋ, ਜਦੋਂ ਪਵਿੱਤਰ ਆਤਮਾ ਦੀ ਮੈਨੀਫੈਸਟੇਸ਼ਨ ਤੁਹਾਡੇ ਵਿੱਚ ਹੋ ਗਈ ਆ, ਕਿਉਂਕਿ ਲਗਾਤਾਰ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਰਹੇ ਹੋ, ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਹੇ ਹੋ, ਉਸ ਮੈਨੀਫੈਸਟੇਸ਼ਨ ਦੇ ਨਾਲ ਉਹੀ ਪਵਿੱਤਰ ਆਤਮਾ ਤੁਹਾਡੀਆਂ ਦੇਹੀਆਂ ਨੂੰ ਵੀ, ਤੁਹਾਡੇ ਸਰੀਰਾਂ ਨੂੰ ਵੀ ਨਰੋਇਆ ਕਰ ਦੇਗਾ। ਤੁਹਾਡੇ ਸਰੀਰਾਂ 'ਚੋਂ ਬਿਮਾਰੀਆਂ ਜਾਂਦੀਆਂ ਰਹਿਣਗੀਆਂ, ਤੁਹਾਡੇ ਸਰੀਰਾਂ ਦੇ ਵਿੱਚੋਂ ਦਰਦ ਜਾਂਦੇ ਰਹਿਣਗੇ, ਤੁਹਾਡੇ ਸਰੀਰ ਜਿਹੜੇ ਨੇ ਉਹ ਐਨੋਇੰਟਿਡ ਬੋਡੀਜ਼ ਹੋ ਜਾਣਗੀਆਂ। ਤੁਹਾਨੂੰ ਹੀਲਿੰਗ ਦੀ ਲੋੜ ਨਹੀਂ ਪੈਗੀ ਹੁਣ, ਕਿਉਂਕਿ ਤੁਹਾਡੇ ਵਿੱਚ ਡਿਵਾਈਨ ਹੈਲਥ ਆ ਜਾਏਗੀ। ਜਾਨੀ ਕਿ ਤੁਹਾਡੇ ਵਿੱਚ रूहानी तौर पर तंदुरुस्ती आ जाएगी, सुपरनैचुरल तंदुरुस्ती आ जाएगी, रूह की तंदुरुस्ती आ जाएगी।
ਆਮੇਨ। ਤੁਹਾਡੇ ਸਰੀਰ ਜਿਹੜੇ ਨੇ ਨਵੇਂ ਕਰ ਦਿੱਤੇ ਜਾਣਗੇ, ਫਰੈਸ਼ ਕਰ ਦਿੱਤੇ ਜਾਣਗੇ ਇਸ ਮੈਨੀਫੈਸਟੇਸ਼ਨ ਦੇ ਨਾਲ, ਜਿਹੜੀ ਪਵਿੱਤਰ ਆਤਮਾ ਦੀ ਮੈਨੀਫੈਸਟੇਸ਼ਨ ਤੁਹਾਡੇ ਉੱਤੇ ਹੋਈ, ਕਿਉਂਕਿ ਤੁਸੀਂ ਪਰਮੇਸ਼ਰ ਦੇ ਪੁੱਤਰਾਂ ਦਾ ਪ੍ਰਕਾਸ਼ ਐਕਸਪੀਰੀਅੰਸ ਕਰ ਰਹੇ ਹੋ, ਕਿਉਂਕਿ ਤੁਸੀਂ ਰੱਬ ਦੀ ਆਵਾਜ਼ ਨੂੰ, ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਹੇ ਹੋ ਲਗਾਤਾਰ। ਤੁਸੀਂ ਆਪਣੇ ਕੰਨ ਤਿਆਰ ਕਰ ਲਏ ਨੇ, ਬਾਰ-ਬਾਰ ਪ੍ਰਭੂ ਦੇ ਚਰਨਾਂ 'ਚ ਆ ਕੇ, ਬਾਰ-ਬਾਰ ਵਚਨ ਪੜ੍ਹ ਕੇ, ਬਾਰ-ਬਾਰ ਮੁਸ਼ਕਲਾਂ ਆਉਂਦੀਆਂ ਨੇ, ਤੁਸੀਂ ਪ੍ਰਭੂ ਨੂੰ ਭੱਜਦੇ ਹੋ, ਪ੍ਰਭੂ ਜੀ ਸਿਚੁਏਸ਼ਨ ਆ ਗਈ ਮੇਰੀ ਮਦਦ ਕਰ, ਪ੍ਰਭੂ ਜੀ ਪ੍ਰੋਬਲਮ ਆ ਗਈ ਮੇਰੀ ਮਦਦ ਕਰ। ਪ੍ਰਭੂ ਜੀ ਨੇ ਧੱਕਾ ਲਾ ਕੇ ਸਾਨੂੰ ਪਰਮੇਸ਼ਰ ਦੇ ਵਚਨਾਂ ਵਿੱਚ ਇੰਨਾ ਪਾ ਦਿੱਤਾ ਆ ਕਿ ਅਸੀਂ ਪਰਮੇਸ਼ਰ ਦੇ ਅੱਗੇ ਬਾਰ-ਬਾਰ ਆ ਕੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਡਿਪੈਂਡੈਂਟ ਹੋ ਗਏ ਹਾਂ ਰੱਬ ਦੇ। ਸਾਨੂੰ ਹਰ ਸੈਕਿੰਡ ਵਿੱਚ ਰੱਬ ਦੀ ਲੋੜ ਹੈਗੀ ਆ। ਸਾਡਾ ਧਿਆਨ ਲਗਾਤਾਰ ਪਰਮੇਸ਼ਰ 'ਚ ਲੱਗਿਆ ਰਹਿੰਦਾ ਆ ਕਿ ਉਹ ਮੈਨੀਫੈਸਟੇਸ਼ਨ ਸਾਡੇ ਸਰੀਰਾਂ ਤੇ ਵੀ ਉਤਰਦਾ ਆ, ਤੇ ਸਾਡੇ ਸਰੀਰ ਨੂੰ ਰੋਕ ਜਾਂਦੇ ਨੇ, ਬਿਮਾਰੀਆਂ ਟੁੱਟ ਜਾਂਦੀਆਂ ਨੇ, ਦਰਦ ਨਿਕਲ ਜਾਂਦੇ ਨੇ, ਕੈਂਸਰ ਚਲਿਆ ਜਾਂਦਾ ਆ, ਆਰਥਰਾਈਟਿਸ ਚਲੀ ਜਾਂਦੀ ਆ, ਤੇ ਪਰਮੇਸ਼ਰ ਦੀ ਬਰਕਤ, ਉਹਦਾ ਆਸ਼ੀਰਵਾਦ ਆਪਣੇ ਸਰੀਰਾਂ ਤੇ ਆਉਂਦਾ ਆ, ਤੇ ਆਪਾਂ ਪਰਫੈਕਟ ਹੈਲਥ ਇੰਜੋਏ ਕਰਾਂਗੇ। ਇਹ ਪ੍ਰਭੂ ਦਾ ਵਾਅਦਾ ਆ। ਪਰਮੇਸ਼ਰ ਦੇ ਸਲੀਬ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੇ ਇਹ ਆਪਣੇ ਵਾਸਤੇ ਬਰਕਤ ਖਰੀਦੀ ਹੈਗੀ ਆ। ਆਮੇਨ। ਆਓ ਦੇਖਾਂਗੇ ਪ੍ਰਭੂ ਦੇ ਪਿਆਰੋ, ਆਪਾਂ ਗਲਾਤੀਆਂ ਵਿੱਚ ਜਾਵਾਂਗੇ। ਹੁਣ ਗਲੇਸ਼ੀਅਨ ਚੈਪਟਰ 5 ਦੇਖਾਂਗੇ, ਉਹਦਾ 6ਵਾਂ ਵਰਸ ਪੜਾਂਗੇ ਆਪਾਂ। ਜੀ ਹਾਂ, ਆਓ ਦੇਖੀਏ। ਜਦੋਂ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਤੁਸੀਂ ਪਰਮ ਆਤਮਾ ਦੀ ਅਗਵਾਈ ਹੇਠ ਚੱਲਣਾ ਆ, ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਚੱਲਣਾ ਆ, ਤੇ ਜਦੋਂ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲਦੇ ਆ, ਪਵਿੱਤਰ ਆਤਮਾ ਵਿੱਚ ਚੱਲਦੇ ਆ, ਉਹਦਾ ਮਤਲਬ ਆ ਰੂਹ 'ਚ ਚੱਲਦੇ ਆ। ਤੇ ਜਦੋਂ ਰੂਹ 'ਚ ਚੱਲਣਾ, ਉਹਦੇ ਦੋ ਮਤਲਬ ਨੇ। ਰੂਹ 'ਚ ਚੱਲਣਾ, ਰੂਹ ਦੀ ਆਵਾਜ਼ ਨੂੰ ਸੁਣ ਕੇ ਚੱਲਣਾ, ਤੇ ਰੂਹ 'ਚ ਚੱਲਣਾ, ਰੂਹ ਦੇ ਫਲਾਂ ਦੇ ਮੁਤਾਬਿਕ ਚੱਲਣਾ। ਰੂਹ ਦੇ ਵਿੱਚ ਚੱਲਣ ਦੇ ਵਾਸਤੇ ਨਾਲੇ ਤਾਂ ਰੱਬ ਦੀ ਆਵਾਜ਼ ਨੂੰ ਸੁਣਨਾ ਪਏਗਾ, ਨਾਲੇ ਰੂਹ ਦੇ ਫਲਾਂ ਦੇ ਵਿੱਚ ਤੁਰਨਾ ਪਏਗਾ। ਆਮੇਨ। ਹੁਣ ਰੱਬ ਦੀ ਆਵਾਜ਼ ਨੂੰ ਸੁਣ ਕੇ ਤਾਂ ਆਪਾਂ ਦੇਖ ਲਿਆ ਵੀ ਕਿੱਦਾਂ ਚੱਲਣਾ ਆ, ਲੇਕਿਨ ਰੂਹ ਦੇ ਫਲਾਂ 'ਚ ਵੀ ਨਾਲ ਚੱਲਣਾ ਹੈ, ਤਾਂ ਕਿ ਪਵਿੱਤਰ ਆਤਮਾ ਦੀ ਮੈਨੀਫੈਸਟੇਸ਼ਨ ਆਪਣੀ ਜ਼ਿੰਦਗੀ 'ਚ ਜੋਰਾਂ ਦੇ ਨਾਲ ਆ ਜਾਵੇ। ਆਓ ਪੜਾਂਗੇ। ਜੀ ਹਾਂ, ਗਲਾਤੀਆਂ 5ਵਾਂ ਚੈਪਟਰ, ਉਹਦਾ 6ਵਾਂ ਵਰਸ ਦੇਖਾਂਗੇ। ਹਾਂਜੀ। ਕਿਉਂਕਿ ਜਦੋਂ ਅਸੀਂ ਮਸੀਹ ਦੀ ਸੰਗਤ ਵਿੱਚ ਹੁੰਦੇ ਹਾਂ ਤਾਂ ਸੁੰਨਤ ਜਾਂ ਸੁੰਨਤ ਦੀ ਮਹੱਤਤਾ ਨਹੀਂ ਰਹਿ ਜਾਂਦੀ, ਕੇਵਲ ਵਿਸ਼ਵਾਸ ਦੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ ਹੈ। ਵਾਹ, ਗੱਲ ਕਰ ਰਹੇ ਸੀ ਨਾ ਵਿਸ਼ਵਾਸ ਦੀ ਆਪਾਂ, ਕਿ ਇਹਦੇ ਵਿੱਚ ਆਪਾਂ ਵਿਸ਼ਵਾਸ ਚਾਹੀਦਾ ਹੈ, ਲੇਕਿਨ ਜਿਹੜਾ ਵਿਸ਼ਵਾਸ ਆ ਉਹ ਪਿਆਰ ਦੇ ਰਾਹੀਂ ਮੈਨੀਫੈਸਟ ਹੁੰਦਾ ਆ। ਵਿਸ਼ਵਾਸ ਪਿਆਰ ਦੇ ਰਾਹੀਂ ਮੈਨੀਫੈਸਟ ਹੁੰਦਾ ਆ, ਨਾਲੇ ਵਿਸ਼ਵਾਸ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਮੈਨੀਫੈਸਟ ਹੁੰਦਾ ਆ। ਸੋ ਰੂਹ ਦੀਆਂ ਦੋ ਚੀਜ਼ਾਂ ਖਾਸ ਨੇ, ਇੱਕ ਤਾਂ ਰੂਹ ਦੇ ਫਲ, ਇੱਕ ਰੂਹ ਦੀ ਆਵਾਜ਼ ਨੂੰ ਸੁਣਨਾ। ਤੇ ਜਦੋਂ ਆਪਾਂ ਰੂਹ ਦੇ ਆਵਾਜ਼ ਨੂੰ ਸੁਣਾਂਗੇ, ਜਦੋਂ ਆਪਾਂ ਰੂਹ ਦੀ ਆਵਾਜ਼ ਨੂੰ ਸੁਣਾਂਗੇ, ਤੇ ਜਦੋਂ ਆਪਾਂ ਰੂਹ ਦੇ ਫਲਾਂ ਦੇ ਵਿੱਚ ਵਧਾਂਗੇ, ਪ੍ਰਭੂ ਦੇ ਪਿਆਰੋ, ਆਪਣੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਜਿਹੜਾ ਆ ਉਹ ਕੰਮ ਕਰੇਗਾ। ਆਮੇਨ। ਤੇ ਉਸ ਵਿਸ਼ਵਾਸ ਨਾਲ ਆਪਾਂ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਆਮੇਨ। ਅੱਗੇ ਦੇਖਾਂਗੇ 14ਵਾਂ ਵਰਸ ਪੜਾਂਗੇ ਆਪਾਂ, ਗਲਾਤੀਆਂ 5 ਦਾ 14ਵਾਂ, ਚੈਪਟਰ 5 ਵਰਸ 14। ਜੀ ਹਾਂ। ਕਿਉਂਕਿ ਸਾਰੀ ਵਿਵਸਥਾ ਇਸ ਇੱਕ ਆਗਿਆ ਵਿੱਚ ਪੂਰੀ ਹੋ ਜਾਂਦੀ ਹੈ, ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। ਸਾਰੀ ਵਿਵਸਥਾ ਸਾਰਾ ਨਵਾਂ ਨੇਮ, ਸਾਰਾ ਪੁਰਾਣਾ ਨੇਮ ਇੱਕ ਸ਼ਬਦ ਵਿੱਚ, ਇੱਕ ਲਾਈਨ ਦੇ ਵਿੱਚ ਪੂਰਾ ਕੀਤਾ ਜਾਂਦਾ ਹੈ, ਜਾਣੀ ਕਿ ਆਪਣੇ ਗੁਆਂਢੀ ਨੂੰ ਵੀ ਆਪਣੇ ਵਰਗਾ ਪਿਆਰ ਕਰ। ਵਾਹ! ਜੇ ਆਪਾਂ ਆਪਣੇ ਗੁਆਂਢੀ ਨੂੰ ਵੀ ਆਪਣੇ ਵਰਗਾ ਪਿਆਰ ਕਰਨ ਲੱਗੇ, ਪ੍ਰਭੂ ਦੇ ਪਿਆਰੋ, ਆਪਾਂ ਰੂਹ ਦੇ ਵਿੱਚ ਚੱਲ ਰਹੇ ਹਾਂ, ਆਪਾਂ ਪਰਮਾਤਮਾ ਦੇ ਨਾਲ ਚੱਲ ਰਹੇ ਹਾਂ, ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਚੱਲ ਰਹੇ ਹਾਂ। ਉਦੋਂ ਆਪਣੀ ਜ਼ਿੰਦਗੀ 'ਚ ਪਰਮੇਸ਼ਰ ਦੇ ਪੁੱਤਰਾਂ ਦੀ ਮੈਨੀਫੈਸਟੇਸ਼ਨ, ਉਹਨਾਂ ਦਾ ਪ੍ਰਕਾਸ਼ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਆਮੇਨ। ਹੋਰ ਪੜਾਂਗੇ ਵਰਸ 22ਵਾਂ ਦੇਖਾਂਗੇ, ਗਲਾਤੀਆਂ 5 ਦਾ 22ਵਾਂ ਵਰਸ ਪੜਾਂਗੇ। ਜੀ ਹਾਂ। ਪਰ ਆਤਮਾ ਦਾ ਫਲ ਇਹ ਹੈ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ ਹੈ। ਭਲਾਈ, ਸੰਜਮ, ਪਿਆਰ, ਸ਼ਾਂਤੀ, ਖੁਸ਼ੀ, ਨੇਚਰ, ਪਵਿੱਤਰ ਆਤਮਾ ਦੇ ਆਵਾਜ਼ ਨੂੰ ਸੁਣ ਕੇ ਤੁਰਨਾ ਹੈ, ਪਵਿੱਤਰ ਆਤਮਾ ਦੇ ਫਲਾਂ ਦੇ ਵਿੱਚ ਤੁਰਨਾ ਹੈ, ਪਿਆਰ ਵਿੱਚ ਤੁਰਨਾ ਹੈ, ਤਾਂ ਕਿ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਪੁੱਤਰਾਂ ਦਾ ਪ੍ਰਕਾਸ਼ ਉਤਰਿਆ ਹੋਵੇ। ਤੇ ਜਦੋਂ ਆ ਗਿਆ, ਮੈਨੀਫੈਸਟ ਹੋ ਗਿਆ, ਪ੍ਰਭੂ ਦੇ ਪਿਆਰੋ, ਕਿਹੜਾ ਕੰਮ ਆ ਰੱਬ ਦਾ ਜਿਹੜਾ ਤੁਹਾਡੇ ਥਾਈਂ ਨਹੀਂ ਹੋਏਗਾ?
ਵੱਡੇ ਵੱਡੇ ਕੰਮ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਕਰੇਗਾ। ਪਰਮੇਸ਼ਰ ਦਾ ਨਾਮ ਉੱਚਾ ਹੋਵੇਗਾ, ਮਕਸਦ ਆਪਣੀ ਜ਼ਿੰਦਗੀ ਦਾ ਪੂਰਾ ਹੋਵੇਗਾ ਤੇ ਆਪਾਂ ਪਰਮੇਸ਼ਰ ਨੂੰ ਪ੍ਰਸੰਨ ਕਰ ਸਕਾਂਗੇ। ਜਾਨਾਂ ਬਚਾਈਆਂ ਜਾਣਗੀਆਂ, ਚਰਚ ਤਰੱਕੀ ਕਰਨਗੇ। ਪੜਾਂਗੇ ਆਪਾਂ ਵਰਸ 25 ਪੜਾਂਗੇ, ਵਰਸ 25। ਜੀ ਹਾਂ, ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ। ਆ ਦੇਖਿਆ, ਇਹ ਵਰਸ 25 ਹੈ। ਵਰਸ 22 ਪੜ੍ਹ ਕੇ ਗਏ ਆ ਕਿ ਪਵਿੱਤਰ ਆਤਮਾ ਦੇ ਫਲ ਹੈਗੇ ਨੇ ਪਿਆਰ, ਸ਼ਾਂਤੀ, ਖੁਸ਼ੀ, ਯਾਨੀ ਕਿ ਪਿਆਰ। ਵਰਸ 25 ਕਹਿੰਦਾ ਹੈ ਜੇ ਅਸੀਂ ਪਵਿੱਤਰ ਆਤਮਾ ਦੇ ਵਿੱਚ ਜੰਮੇ ਆ, ਪਵਿੱਤਰ ਆਤਮਾ ਚੱਲੀਏ ਵੀ। ਮਤਲਬ ਕੀ? ਮਤਲਬ ਆਪਾਂ ਪਵਿੱਤਰ ਆਤਮਾ ਦੇ ਪਿਆਰ 'ਚ ਚੱਲੀਏ, ਪਵਿੱਤਰ ਆਤਮਾ ਦੇ ਪਿਆਰ 'ਚ ਚੱਲੀਏ। ਤੇ ਪੜ੍ਹ ਕੇ ਗਏ ਹੈਗੇ ਆਪਾਂ ਵਰਸ 6 ਐਸੀ ਚੈਪਟਰ ਦਾ, ਜਿਹਦੇ ਵਿੱਚ ਲਿਖਿਆ ਕਿ ਜੇ ਪਿਆਰ ਵਿੱਚ ਚੱਲੋਗੇ ਤਾਂ ਈਮਾਨ ਮੈਨੀਫੈਸਟ ਹੋਏਗਾ, ਵਿਸ਼ਵਾਸ ਦਾ ਕੰਮ ਸ਼ੁਰੂ ਹੋ ਜਾਵੇਗਾ। ਜਾਣੀ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਫੇਥ ਕੰਮ ਕਰਨ ਲੱਗ ਜਾਵੇ, ਵਿਸ਼ਵਾਸ ਕੰਮ ਕਰਨ ਲੱਗ ਜਾਵੇ, ਗਿਫਟ ਆਫ ਫੇਥ ਆਪਣੀ ਜ਼ਿੰਦਗੀ 'ਚ ਆ ਜਾਵੇ, ਤਾਂ ਪ੍ਰਭੂ ਦੇ ਪਰੋਂ ਪਿਆਰ ਦੇ ਵਿੱਚ ਚੱਲਣਾ ਪਏਗਾ। ਕਿਉਂਕਿ ਲਿਖਿਆ ਆ ਕਿ ਈਮਾਨ ਸਿਰਫ ਪਿਆਰ ਥਾਈ ਹੀ ਮੈਨੀਫੈਸਟ ਹੁੰਦਾ ਹੈ, ਕੰਮ ਕਰਦਾ ਹੈ। ਆਮੀਨ। ਹੁਣ ਜਦੋਂ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਚੱਲ ਰਹੇ ਹਾਂ, ਜਦੋਂ ਆਪਾਂ ਪਵਿੱਤਰ ਆਤਮਾ ਦੇ ਪਿਆਰ ਵਿੱਚ ਚੱਲ ਰਹੇ ਹਾਂ, ਜਦੋਂ ਇਹ ਦੋਨਾਂ ਚੀਜ਼ਾਂ ਚੱਲਾਂਗੇ, ਆਪਣੇ ਵਿੱਚ ਪਰਮੇਸ਼ਰ ਦੇ ਪੁੱਤਰਾਂ ਦਾ ਪ੍ਰਕਾਸ਼ ਆ ਜਾਵੇਗਾ। ਜਾਨੀ ਕਿ ਪਰਮੇਸ਼ਰ ਦੇ ਪੁੱਤਰ ਦੇ ਸਾਰੇ ਕੰਮ ਆਪਣੇ ਵਿੱਚ ਸ਼ੁਰੂ ਹੋ ਜਾਣਗੇ ਤੇ ਇੱਕਦਮ ਹੀ ਪਰਮੇਸ਼ਰ ਦੀ ਪੁੱਤਰਾਂ ਦੀਆਂ ਬਰਕਤਾਂ ਸਾਡੇ ਉੱਤੇ ਉਤਰਨਗੀਆਂ। ਪਰਮੇਸ਼ਰ ਦੇ ਪੁੱਤਰ ਦੇ ਉੱਤੇ ਜਿਹੜੀ ਪ੍ਰੋਟੈਕਸ਼ਨ ਆ ਤੁਹਾਡੇ ਉੱਤੇ ਉਤਰ ਆਵੇਗੀ। ਪਰਮੇਸ਼ਰ ਦੇ ਪੁੱਤਰ ਦੇ ਕੋਲੇ ਜਿਹੜੇ ਹਥਿਆਰ ਨੇ ਤੁਹਾਨੂੰ ਮਿਲ ਜਾਣਗੇ। ਪਰਮੇਸ਼ਰ ਦੇ ਪੁੱਤਰ ਦੇ ਕੋਲੇ ਜਿਹੜਾ ਮਸਾਇਆ ਤੁਹਾਡੇ ਉੱਤੇ ਆ ਜਾਵੇਗਾ। ਪਰਮੇਸ਼ਰ ਦੇ ਪੁੱਤਰ ਦੇ ਕੋਲੇ ਜਿਹੜੀ ਅਨੋਇੰਟਿੰਗ ਆ ਤੁਹਾਡੇ ਉੱਤੇ ਉਤਰ ਆਏਗੀ। ਉਹ ਦੇਖਾਂਗੇ ਬਾਈਬਲ ਵਿੱਚੋਂ 2 ਕੋਰਿੰਥੀਅਨ ਚੈਪਟਰ 10 ਦੇਖਾਂਗੇ, ਉਹਦਾ ਤੀਸਰਾ ਵਰਸ ਪੜਾਂਗੇ ਆਪਾਂ, ਤੀਸਰਾ, ਚੌਥਾ ਤੇ ਪੰਜਵਾਂ। ਤੀਸਰਾ ਸ਼ੁਰੂ ਕਰਾਂਗੇ। ਜੀ ਹਾਂ, 2 ਕੋਰਿੰਥੀਅਨ ਚੈਪਟਰ 10 ਵਰਸ ਤੀਸਰਾ, ਚੌਥਾ, ਪੰਜਵਾਂ ਪੜਾਂਗੇ। ਜੀ ਹਾਂ, ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ। ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਕ ਨਹੀਂ, ਸਗੋਂ ਪਰਮੇਸ਼ਰ ਦੇ ਭਾਣੇ ਕਿਲਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਝੁਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਬਈ ਉਹ ਮਸੀਹ ਦਾ ਆਗਿਆਕਾਰ ਹੋਵੇ। ਆਮੀਨ। ਦੁਬਾਰਾ ਪੜਾਂਗੇ ਸ਼ੁਰੂ ਤੋਂ। ਜੀ ਹਾਂ, ਤੀਸਰਾ ਵਰਸ। ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ। ਸਰੀਰ ਦੇ ਵਿੱਚ ਚੱਲਦੇ ਹਾਂ ਆਪਾਂ, ਲੇਕਿਨ ਸਾਡਾ ਯੁੱਧ ਸਰੀਰ ਦੇ ਵਿੱਚ ਨਹੀਂਗਾ, ਸਾਡਾ ਯੁੱਧ ਰੂਹ ਦੇ ਵਿੱਚ ਹੈ। ਤੇ ਰੂਹ ਦੇ ਵਿੱਚ ਯੁੱਧ ਲੜਨ ਦੇ ਵਾਸਤੇ ਆਪਾਂ ਪਵਿੱਤਰ ਆਤਮਾ ਦੀ ਮੈਨੀਫੈਸਟੇਸ਼ਨ ਦੇ ਵਿੱਚ ਖੜੇ ਹੋ ਕੇ ਯੁੱਧ ਕਰਦੇ ਹਾਂ। ਆਮੀਨ। ਕਿਉਂਕਿ ਆਪਣਾ ਜਿਹੜਾ ਦੁਸ਼ਮਣ ਆ ਉਹ ਵੀ ਰੂਹ ਦੇ ਵਿੱਚ ਆ, ਉਹ ਵੀ ਰੂਹ ਆ। ਸੋ ਪਰਮੇਸ਼ਰ ਦੀ ਰੂਹ ਦੇ ਨਾਲ ਭਰ ਕੇ, ਪਰਮੇਸ਼ਰ ਦੀ ਮੈਨੀਫੈਸਟੇਸ਼ਨ ਦੇ ਵਿੱਚ ਆ ਕੇ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ, ਉਹਦੇ ਪਿਆਰ ਦੇ ਵਿੱਚ ਚੱਲ ਕੇ, ਉਹ ਮੈਨੀਫੈਸਟੇਸ਼ਨ ਪੁੱਤਰਾਂ ਦੀ ਪ੍ਰਾਪਤ ਕਰਕੇ ਜਦੋਂ ਆਪਾਂ ਚੱਲਦੇ ਹਾਂ ਪ੍ਰਭੂ ਦੇ ਪੈਰੋਂ, ਉਦੋਂ ਸਰੀਰ 'ਚ ਚੱਲਦੇ ਹਾਂ ਲੇਕਿਨ ਲੜ ਰਹੇ ਹੁੰਦੇ ਹਾਂ ਰੂਹ ਦੇ ਵਿੱਚ। ਸਰੀਰ ਵਿੱਚ ਚੱਲ ਰਹੇ ਹੁੰਦੇ ਆ ਲੇਕਿਨ ਰੂਹ ਦੇ ਵਿੱਚ ਸ਼ੈਤਾਨ ਨੂੰ ਡਿਸਟਰੋਏ ਕਰ ਰਹੇ ਹੁੰਦੇ ਆ। ਰੂਹ ਦੇ ਵਿੱਚ ਸ਼ੈਤਾਨੀ ਚੀਜ਼ਾਂ ਨੂੰ, ਸ਼ੈਤਾਨੀ ਫੌਜਾਂ ਨੂੰ, ਬਦਰੂਆਂ ਨੂੰ, ਡਿਮੋਨਿਕ ਸਪਿਰਿਟਸ ਨੂੰ, ਬਿਮਾਰੀਆਂ ਨੂੰ ਡਿਸਟਰੋਏ ਕਰ ਰਹੇ ਹੁੰਦੇ ਆ ਰੂਹ ਦੇ ਵਿੱਚ। ਆਮੀਨ। ਉਦੋਂ ਪ੍ਰਭੂ ਦੇ ਪੈਰੋਂ ਆਪਣਾ ਬੋਲਣਾ ਜਿਹੜਾ ਹੋਏਗਾ, ਉਹ ਤੀਰ ਚੱਲਣਗੇ, ਉਹ ਹਮਲੇ ਹੋਣਗੇ ਸ਼ੈਤਾਨ ਦੇ ਖਿਲਾਫ ਤੇ ਸ਼ੈਤਾਨ ਡਿੱਗ ਪਏਗਾ, ਸ਼ੈਤਾਨ ਹਾਰ ਜਾਵੇਗਾ ਤੇ ਜਿੱਤ ਆਪਣੀ ਹੋਵੇਗੀ ਤੇ ਪਰਮੇਸ਼ਰ ਦੀ ਮਹਿਮਾ ਹੋਵੇਗੀ। ਆਮੀਨ। ਆਓ ਦੇਖਾਂਗੇ ਅੱਗੇ। ਜੀ ਹਾਂ, ਸਾਡੇ ਲੜਨ ਵਾਲੇ ਹਥਿਆਰ ਵੀ ਸਰੀਰਕ ਨਹੀਂ ਹਨ ਜਿਨ੍ਹਾਂ ਦੇ ਨਾਲ ਕੋਈ ਵੀ ਜਿੱਤਿਆ ਜਾ ਸਕਦਾ ਹੈ। ਉਸੇ ਦੀ ਮਦਦ ਨਾਲ ਅਸੀਂ ਝੂਠੇ ਤਰਕ ਦਾ ਨਾਸ਼ ਕਰਦੇ ਹਾਂ। ਸਾਡੇ ਹਥਿਆਰ ਸਰੀਰਕ ਨਹੀਂ ਗੇ, ਸਾਡੇ ਹਥਿਆਰ ਰੂਹਾਨੀ ਨੇ। ਇਹ ਹਥਿਆਰ ਕਿਹਨੂੰ ਦਿੱਤੇ ਜਾ ਰਹੇ ਨੇ? ਇਹ ਹਥਿਆਰ ਪਰਮੇਸ਼ਰ ਦੇ ਪੁੱਤਰਾਂ ਦੀ ਪ੍ਰਕਾਸ਼ ਨੂੰ ਦਿੱਤੇ ਜਾ ਰਹੇ ਨੇ। ਜਦੋਂ ਪਰਮੇਸ਼ਰ ਦੇ ਪੁੱਤਰਾਂ ਦਾ ਪ੍ਰਕਾਸ਼ ਹੋਇਆ ਉਦੋਂ ਉਹਨਾਂ ਨੂੰ ਇਹ ਹਥਿਆਰ ਦਿੱਤੇ ਜਾ ਰਹੇ ਨੇ। ਆਮੀਨ। ਪਰਮੇਸ਼ਰ ਦੇ ਪੁੱਤਰਾਂ ਦਾ ਪ੍ਰਕਾਸ਼ ਕਦੋਂ ਹੋਏਗਾ? ਜਦੋਂ ਤੁਸੀਂ ਰੱਬ ਦੀ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ ਚੱਲੋਗੇ ਤੇ ਪਵਿੱਤਰ ਆਤਮਾ ਦੇ ਫਲਾਂ ਵਿੱਚ ਚੱਲੋਗੇ। ਯਾਨੀ ਕਿ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਚੱਲੋਗੇ ਤੇ ਪਵਿੱਤਰ ਆਤਮਾ ਦੇ ਪਿਆਰ ਦੇ ਵਿੱਚ ਚੱਲੋਗੇ। ਉਦੋਂ ਪਰਮੇਸ਼ਰ ਦੇ ਪੁੱਤਰਾਂ ਦੀ ਮੈਨੀਫੈਸਟੇਸ਼ਨ ਦਾ ਪ੍ਰਕਾਸ਼ ਉਹਦੇ ਉੱਤੇ ਵਧੇਗਾ। ਉਦੋਂ ਤੁਹਾਨੂੰ ਇਹ ਹਥਿਆਰ ਦਿੱਤੇ ਜਾਣਗੇ ਜਿਨ੍ਹਾਂ ਹਥਿਆਰਾਂ ਨਾਲ ਤੁਸੀਂ ਸ਼ੈਤਾਨ ਦੀਆਂ ਸਾਰੇ ਹਮਲਿਆਂ ਨੂੰ ਡਿਸਟਰੋਏ ਕਰਕੇ ਜਿੱਤੂ ਕਰ ਸਕਦੇ ਹੈਗੇ।
ਇਹਨਾਂ ਰੂਹਾਨੀ ਹਥਿਆਰਾਂ ਦੇ ਨਾਲ ਆਪਾਂ ਡਿਸਟਰੋਏ ਕਰਾਂਗੇ ਉਹ ਸਾਰੇ ਹਮਲੇ ਜਿਹੜੇ ਸ਼ੈਤਾਨ ਆਪਣੇ ਖਿਲਾਫ ਭੇਜਣੇ ਚਾਹੁੰਦਾ ਹੈ। ਕਿਹੜੇ ਨੇ? ਦੇਖੋ ਧਿਆਨ ਨਾਲ ਜੀ। ਅੱਗੇ ਦੇਖੋ। ਇਸ ਲਈ ਜੋ ਸਾਡੇ ਯੁੱਧ ਦੇ ਸ਼ਾਸਤਰ ਸਰੀਰਕ ਨਹੀਂ ਸਗੋਂ ਪਰਮੇਸ਼ਰ ਦੇ ਭਾਣੇ ਕਿਲਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਵਹਿਮਾਂ ਨੂੰ ਹਰ ਤਰ੍ਹਾਂ ਦਾ ਵਹਿਮ, ਐਵੇਂ ਵਹਿਮ ਆ ਜਾਂਦਾ ਆ ਹਨਾ, ਕਈ ਵਾਰ ਐਵੇਂ ਵਹਿਮ ਆ ਜਾਂਦਾ ਆ ਵੀ ਆਹ ਹੋ ਗਿਆ, ਲੱਗਦਾ ਵੀ ਕੋਈ ਬਿਮਾਰੀ ਨਾ ਹੋਵੇ, ਵਹਿਮ ਆ ਜਾਂਦਾ ਵੀ ਆਏ ਅੱਜ ਮੇਰਾ ਪਾਸਾ ਦੁਖਣ ਲੱਗ ਗਿਆ, ਕੋਈ ਵਹਿਮ ਆ ਜਾਂਦਾ ਕੋਈ ਤਕਲੀਫ ਨਾ ਹੋਵੇ, ਕੋਈ ਬਿਮਾਰੀ ਨਾ ਹੋਵੇ। ਕੌਣ ਭੇਜ ਰਿਹਾ ਹੈ? ਇਹ ਹਮਲੇ ਨੇ ਸ਼ੈਤਾਨ ਦੇ। ਐਵੇਂ ਸ਼ੱਕ ਆ ਜਾਂਦੀ ਹੈ, ਐਵੇਂ ਰੱਬ 'ਚ ਭਰੋਸਾ ਨਹੀਂ ਰਹਿੰਦਾ, ਐਵੇਂ ਦਰਦ ਹੋਣ ਲੱਗ ਜਾਂਦਾ ਆ, ਐਵੇਂ ਆਹ ਹੋਣ ਲੱਗ ਜਾਂਦਾ ਆ। ਇਹ ਲਿਖਿਆ ਆ ਵੱਡੇ ਵੱਡੇ ਕਿਲਿਆਂ ਨੂੰ ਢਾਣ ਦੇ ਵਾਸਤੇ ਅਸੀਂ ਇਹ ਇਸਤੇਮਾਲ ਕਰਦੇ ਹਾਂ ਇਹ ਪਰਮੇਸ਼ਰ ਦੇ ਹਥਿਆਰ ਰੂਹ ਦੇ ਵਿੱਚ। ਇਹਨਾਂ ਵਹਿਮਾਂ ਨੂੰ ਵੀ ਆਪਾਂ ਇਹਨਾਂ ਹਥਿਆਰਾਂ ਦੇ ਨਾਲ ਹੀ ਡਿਸਟਰੋਏ ਕਰਨਾ। ਤੇ ਕਿਹੜੇ ਹਥਿਆਰ ਨੇ ਇਹ? ਕਿੱਦਾਂ ਚੱਲਣਗੇ ਇਹ ਹਥਿਆਰ? ਇਹ ਹਥਿਆਰ ਦੋ ਧਾਰੀ ਤਲਵਾਰ ਆ ਪਾਕ ਰੂਹ ਦੀ, ਜਿਹੜੀ ਤੁਹਾਡੇ ਮੂੰਹ 'ਚ ਚੱਲੇਗਾ, ਤੁਹਾਡੇ ਜ਼ੁਬਾਨ 'ਚ ਚੱਲੇਗਾ। ਤੁਸੀਂ ਜ਼ੁਬਾਨ ਦੇ ਨਾਲ ਹਰ ਉਹ ਹਮਲਾ ਸ਼ੈਤਾਨ ਦਾ ਭੇਜਿਆ ਹੋਇਆ ਉਹਨੂੰ ਡਿਸਟਰੋਏ ਕਰ ਸਕਦੇ ਹੋ ਜਿਹੜਾ ਤੁਹਾਡੇ ਖਿਲਾਫ ਚੱਲਿਆ ਹੋਇਆ ਹੈ। ਆਮੀਨ। ਤੁਸੀਂ ਈਮਾਨ ਦੀ ਢਾਲ ਦੇ ਨਾਲ ਰੋਕ ਸਕਦੇ ਹੋ ਸਾਰੇ ਹਮਲੇ, ਤੇ ਤਲਵਾਰ ਦੇ ਨਾਲ ਉਹਨਾਂ ਨੂੰ ਡਿਸਟਰੋਏ ਕਰ ਸਕਦੇ ਹੈਗੇ ਹੋ। ਅੱਗੇ ਦੇਖੋ ਕਿਹੜੇ ਨੇ ਇਹਨਾਂ ਹਥਿਆਰਾਂ ਦੇ ਨਾਲ ਅਸੀਂ ਉਹ ਸਾਰੇ ਕਿਲੇ ਤੋੜ ਸਕਦੇ ਹਾਂ ਜਿਹੜਾ ਸ਼ੈਤਾਨ ਬਣਾਉਣਾ ਚਾਹੁੰਦਾ ਹੈ ਸਾਡੇ ਖਿਲਾਫ। ਦੁਬਾਰਾ ਪੜਾਂਗੇ ਇਹ ਪਾਠ ਜੀ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ, ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਬਈ ਉਹ ਮਸੀਹ ਦਾ ਆਗਿਆਕਾਰ ਹੋ ਜਾਵੇ। ਵਾਹ। ਹਰ ਇੱਕ ਉੱਚੀ ਗੱਲ, ਕਈ ਵਾਰ ਐਸੀ ਉੱਚੀ ਗੱਲ ਤੁਹਾਨੂੰ ਕਹੀ ਜਾਂਦੀ ਆ ਤੁਹਾਡੇ ਪਰਿਵਾਰ ਵੱਲੋਂ, ਤੁਹਾਡੇ ਫੁੱਫੜ ਵੱਲੋਂ, ਤੁਹਾਡੇ ਮਾਮੇ ਵੱਲੋਂ, ਤੁਹਾਡੇ ਦਾਦਾ ਵੱਲੋਂ, ਤੁਹਾਡੇ ਪੜਦਾਦੇ ਵੱਲੋਂ ਕੋਈ ਐਸੀ ਉੱਚੀ ਗੱਲ ਕਹੀ ਜਾਂਦੀ ਆ ਜਿਹਦੇ ਨਾਲ ਤੁਹਾਡਾ ਸਭ ਕੁਝ ਖੰਮ ਜਾਂਦਾ ਹੈ ਤੇ ਤੁਸੀਂ ਕਹਿੰਦੇ ਉਹ ਯਾਰ ਮੈਂ ਤਾਂ ਛੱਡ ਜਾਵਾਂਗਾ ਪ੍ਰਭੂ ਯਿਸੂ ਨੂੰ, ਮੈਂ ਜਿੱਥੇ ਸੀਗਾ ਉੱਥੇ ਚਲੇ ਜਾਵਾਂਗਾ, ਮੈਂ ਨਹੀਂ ਕੁਛ ਕਰਨਾ, ਠੀਕ ਆ ਮੈਂ। ਉਹ ਉੱਚੀ ਗੱਲ, ਉਹ ਹਮਲਾ ਜਿਹੜਾ ਸ਼ੈਤਾਨ ਵੱਲੋਂ ਆ ਰਿਹਾ ਆ ਉਹਨੂੰ ਡਿਸਟਰੋਏ ਕਰਨ ਦੇ ਵਾਸਤੇ ਪ੍ਰਭੂ ਤੇ ਪਰਮੇਸ਼ਰ ਦੇ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਣੇ ਚਾਹੀਦੇ ਨੇ, ਨੇਚਰ ਦੇ ਨਾਲ, ਉਸ ਮੈਨੀਫੈਸਟੇਸ਼ਨ ਦੇ ਨਾਲ। ਆਮੀਨ। ਜਦੋਂ ਉਸ ਮੈਨੀਫੈਸਟੇਸ਼ਨ ਦੇ ਨਾਲ ਬੋਲਾਂਗੇ ਉਦੋਂ ਅਥਾਰਟੀ ਵਿੱਚ ਬੋਲਾਂਗੇ, ਕਿਉਂਕਿ ਇਹ ਹਥਿਆਰ ਨੇ, ਇਹ ਪਾਵਰ ਨਾਲ, ਸ਼ਕਤੀ ਨਾਲ ਭਰੇ ਹੋਏ ਹਥਿਆਰ ਨੇ, ਅਥਾਰਟੀ ਨਾਲ ਭਰੇ ਹੋਏ ਹਥਿਆਰ ਨੇ, ਜਿਨ੍ਹਾਂ ਦੇ ਨਾਲ ਤੁਸੀਂ ਉਹ ਸਾਰੀਆਂ ਚੀਜ਼ਾਂ ਡਿਸਮਿਸ ਕਰ ਸਕਦੇ ਹੋ, ਡਿਸਟਰੋਏ ਕਰ ਸਕਦੇ ਹੋ। ਉਹ ਸਾਰੇ ਹਮਲੇ ਜਿਹੜੇ ਤੁਹਾਡੇ ਖਿਲਾਫ ਜਾਂ ਤੁਹਾਡੇ ਪਰਿਵਾਰ ਦੇ ਖਿਲਾਫ ਜਾਂ ਤੁਹਾਡੇ ਫਾਈਨੈਂਸਿਸ ਜਾਂ ਤੁਹਾਡੇ ਸਰੀਰ ਦੇ ਖਿਲਾਫ ਚੱਲਦੇ ਨੇ। ਆਮੀਨ। ਇਸ ਅਥਾਰਟੀ ਦੇ ਨਾਲ, ਇਸ ਅਧਿਕਾਰ ਦੇ ਨਾਲ ਜਿਹੜਾ ਪ੍ਰਭੂ ਆਪਣੇ ਬੱਚਿਆਂ ਨੂੰ ਦਿੰਦਾ ਆ, ਜਿਹੜੇ ਮੈਨੀਫੈਸਟ ਹੁੰਦੇ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਤੇ ਉਹਦੇ ਪਿਆਰ ਦੇ ਵਿੱਚ ਤੁਰ ਕੇ। ਅੱਗੇ ਦੇਖਾਂਗੇ ਜੀ। ਇਹ ਤਸਵੀਰ ਪ੍ਰਭੂ ਤੇ ਭੈਣੋ ਅੱਜ ਦਾ ਵਚਨ ਜਿਹੜਾ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ ਸੀਗਾ। ਸਾਰੀ ਉਮਰ ਦੇ ਵਿੱਚ ਪ੍ਰਭੂ ਯਿਸੂ ਨੂੰ ਸਵੀਕਾਰ ਕਰਕੇ ਐਂਡ ਤੱਕ ਜਿਹੜਾ ਤੁਸੀਂ ਕੁਝ ਕਰਨਾ ਆ, ਜਿਹੜਾ ਕੰਮ ਤੁਸੀਂ ਕਰਨਾ ਅੱਜ ਮੈਂ ਤੁਹਾਨੂੰ ਬਿਆਨ ਕਰ ਦਿੱਤਾ। ਸਿਰਫ ਦੋ ਚੀਜ਼ਾਂ ਧਿਆਨ ਦੇਣਾ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਤੁਰਨਾ ਤੇ ਪਵਿੱਤਰ ਆਤਮਾ ਦੇ ਪਿਆਰ ਦੇ ਨਾਲ ਤੁਰਨਾ ਹੈ। ਇਹ ਦੋਨੋਂ ਚੀਜ਼ਾਂ ਦੇ ਵਿੱਚ ਤੁਰਾਂਗੇ ਤਾਂ ਪ੍ਰਭੂ ਦੇ ਭੈਣੋ ਆਪਣੇ ਉੱਤੇ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਮੈਨੀਫੈਸਟ ਹੋ ਜਾਣਗੇ ਤੇ ਉਦੋਂ ਤੁਸੀਂ ਪਰਮੇਸ਼ਰ ਦੇ ਪੁੱਤਰ ਕਹਿਲਾਏ ਜਾਓਗੇ। ਉਦੋਂ ਤੁਹਾਡੇ ਉੱਤੇ ਸ਼ਸਤਰ ਵਸਤਰ ਆ ਜਾਣਗੇ, ਤੁਹਾਨੂੰ ਐਸੇ ਹਥਿਆਰ ਦਿੱਤੇ ਜਾਣਗੇ ਜਿਨ੍ਹਾਂ ਹਥਿਆਰਾਂ ਨੂੰ ਚੱਕ ਦੋਗੇ ਫਟੇ ਰੱਬ ਦੇ ਵਿੱਚ, ਜਿਨ੍ਹਾਂ ਹਥਿਆਰਾਂ ਦੇ ਨਾਲ ਤੁਸੀਂ ਸ਼ੈਤਾਨ ਨੂੰ ਲਾ ਦੋਗੇ ਠਿਕਾਣੇ, ਜਿਨ੍ਹਾਂ ਹਥਿਆਰਾਂ ਦੇ ਨਾਲ ਤੁਸੀਂ ਕਿਹੜੀ ਐਸੀ ਚੀਜ਼ ਆ ਕਿ ਜਿਹਨੂੰ ਤੁਸੀਂ ਤੋੜ ਨਾ ਸਕੋ, ਕਿਹੜੀ ਐਸੀ ਐਡਿਕਸ਼ਨ ਆ ਜਿਹਨੂੰ ਤੁਸੀਂ ਤੋੜ ਨਾ ਸਕੋਗੇ, ਕਿਹੜੀ ਐਸੀ ਗੱਲ ਆ ਜਿਹਨੂੰ ਤੁਸੀਂ ਡਿਸਟਰੋਏ ਨਹੀਂ ਕਰ ਸਕੋਗੇ, ਕਿਹੜੀ ਐਸੀ ਬਿਮਾਰੀ ਆ ਜਿਹਨੂੰ ਤੁਸੀਂ ਖਤਮ ਕਰਕੇ ਡਿਸਟਰੋਏ ਕਰਕੇ ਸ਼ਿਫਾ ਮੁਕਰਰ ਨਹੀਂ ਕਰ ਸਕਦੇ। ਆਮੀਨ। ਯਾਨੀ ਕਿ ਹਰ ਤਰ੍ਹਾਂ ਦੀ ਬਰਕਤ ਪਰਮੇਸ਼ਰ ਤੁਹਾਡੇ ਹੱਥ ਵਿੱਚ ਦੇਵੇਗਾ, ਹਰ ਤਰ੍ਹਾਂ ਦਾ ਆਸ਼ੀਰਵਾਦ ਪਰਮੇਸ਼ਰ ਤੁਹਾਡੇ ਹੱਥ ਵਿੱਚ ਦੇਵੇਗਾ। ਕਿਹੜਾ ਐਸਾ ਸ਼ਰਾਫ ਆ ਜਿਹੜਾ ਰੱਬ ਤੋੜ ਨਾ ਸਕੇ। ਆਮੀਨ। ਤੁਹਾਡੇ ਬੱਚੇ ਪਰਮੇਸ਼ਰ ਦੇ ਵੱਲ ਨੂੰ ਖਿੱਚੇ ਜਾਣਗੇ, ਤੁਹਾਡੀ ਵਾਈਫ ਪਰਮੇਸ਼ਰ ਦੇ ਵੱਲ ਨੂੰ ਖਿੱਚੀ ਜਾਏਗੀ, ਤੁਹਾਡਾ ਹਸਬੈਂਡ ਵੀ ਪਰਮੇਸ਼ਰ ਵੱਲ ਨੂੰ ਖਿੱਚੀ ਜਾਏਗੀ, ਇੱਥੇ ਤੱਕ ਕਿ ਤੁਹਾਡੇ ਸੱਸ ਤੇ ਸਹੁਰਾ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਆ ਜਾਣਗੇ। ਆਮੀਨ। ਕਿਉਂ? ਕਿਉਂਕਿ ਪਰਮੇਸ਼ਰ ਤੁਹਾਡੇ ਨਾਲ ਹੈ, ਕਦਮ ਕਦਮ ਤੇ ਤੁਹਾਡੇ ਨਾਲ ਹੈ,
ਤੁਹਾਡੇ ਨਾਲ ਚੱਲੇਗਾ। ਪ੍ਰਭੂ ਭੈਣਾਂ, ਉਹ ਟਾਈਮ ਗਏ ਜਿੱਥੇ ਦਿਨ ਦੇ ਵਿੱਚ 2 ਦਫਾ ਦੁਆ ਕਰਦੇ ਹੁੰਦੇ ਸੀ, ਦਿਨ ਦੇ ਵਿੱਚ 3 ਦਫਾ ਦੁਆ ਕਰਦੇ ਸੀ, ਦਿਨ ਦੇ ਵਿੱਚ 4-5 ਵਾਰ ਦੁਆ ਕਰਦੇ ਸੀ। ਨਹੀਂ, ਉਹ ਦਿਨ ਗਏ। ਹੁਣ ਆਪਾਂ ਨੂੰ ਕਦਮ ਤੇ ਪਰਮੇਸ਼ਰ ਦੀ ਲੋੜ ਆ, ਕਦਮ ਤੇ ਉਹਦੇ ਨਾਲ ਚੱਲਣਾ ਆ, ਤੇ ਕਦਮ ਤੇ ਉਹਦੀ ਆਵਾਜ਼ ਨੂੰ ਸੁਣ ਕੇ ਚੱਲਣਾ ਆ, ਕਦਮ ਤੇ ਉਹਦੇ ਪਿਆਰ ਵਿੱਚ ਚੱਲਣਾ ਆ, ਤਾਂ ਕਿ ਆਪਾਂ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਨੂੰ ਟੇਸਟ ਕਰ ਸਕੀਏ। ਤੇ ਫਿਰ ਪ੍ਰਭੂ ਦੇ ਭੈਣੋ, ਜਿਹੜੇ ਹਥਿਆਰ ਤੁਹਾਨੂੰ ਦਿੱਤੇ ਜਾਣਗੇ, ਜਿਹੜੀ ਗਿਫਟਿੰਗ ਤੁਹਾਨੂੰ ਦਿੱਤੀ ਜਾਣਗੇ, ਜਿਹੜੀ ਅਥਾਰਟੀ ਤੁਹਾਨੂੰ ਦਿੱਤੀ ਜਾਏਗੀ, ਉਹਦੇ ਨਾਲ ਸ਼ੈਤਾਨ ਦੀ ਰਾਜ ਦੀਆਂ ਤੁਸੀਂ ਧੱਜੀਆਂ ਉਡਾ ਦੋਗੇ। ਪਰਮੇਸ਼ਰ ਦਾ ਨਾਮ ਉੱਚਾ ਹੋਵੇਗਾ, ਜਾਨਾਂ ਬਚਾਈਆਂ ਜਾਣਗੀਆਂ, ਤੇ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਕਰ ਸਕੋਗੇ, ਤੇ ਪਰਮੇਸ਼ਰ ਦਾ ਮਕਸਦ ਜੋ ਤੁਹਾਡੀ ਜ਼ਿੰਦਗੀ ਤੇ ਹੈ ਉਹ ਪੂਰਾ ਕੀਤਾ ਜਾਵੇਗਾ। ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਆਓ ਹੱਥ ਚੱਕ ਕੇ ਦੁਆ ਕਰਦੇ ਹਾਂ। ਬਲਕਿ ਮੈਂ ਕਹਾਂਗਾ ਆਪਣੇ ਹੱਥਾਂ ਨੂੰ ਤੁਸੀਂ ਆਪਣੇ ਦਿਲਾਂ ਤੇ ਰੱਖ ਲਓ। ਇੱਕ ਦੁਆ ਕਰਦੇ ਹਾਂ ਉਸ ਪਰਮੇਸ਼ਰ ਦੇ ਅੱਗੇ। ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ, ਪ੍ਰਭੂ ਜੀ, ਮੈਨੂੰ ਪਤਾ ਹੈ ਕਿ ਅੱਜ ਦਾ ਜਿਹੜਾ ਵਚਨ ਹੈਗਾ ਕਾਫੀ ਗਹਿਰਾ ਵਚਨ ਹੈ, ਲੇਕਿਨ ਪ੍ਰਭੂ ਜੀ ਮੈਨੂੰ ਪਤਾ ਆ ਕਿ ਅੱਜ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਕੰਮ ਕਰ ਦੇਵੇਗਾ, ਐਸਾ ਅਸਰ ਪਾ ਦੇਵੇਗਾ ਕਿ ਅੱਜ ਤੋਂ ਬਾਅਦ ਸਾਡੀ ਭਗਤੀ ਸ਼ੁਰੂ ਹੋ ਜਾਵੇਗੀ। ਪ੍ਰਭੂ ਜੀ, ਜਦੋਂ ਅਸੀਂ ਪਹਿਲਾਂ ਧਰਮਾਂ ਵਿੱਚ ਭਗਤੀ ਕਰਦੇ ਹੁੰਦੇ ਸੀਗੇ, ਸਾਨੂੰ ਕੁਝ ਨਹੀਂ ਪਤਾ ਲੱਗਦਾ ਸੀ, ਲੇਕਿਨ ਅਸਲੀ ਭਗਤੀ, ਰੂਹ ਦੀ ਭਗਤੀ ਕਿੱਦਾਂ ਕਰਨੀ ਆ, ਤੁਹਾਡਾ ਵਚਨ ਸਾਨੂੰ ਸਮਝਾਉਂਦਾ ਆ। ਪ੍ਰਭੂ ਜੀ, ਅਸੀਂ ਉਸ ਪਰਮ ਆਤਮਾ ਦੀ ਆਵਾਜ਼ ਨੂੰ ਸੁਣ ਕੇ ਰੱਬ ਦੇ ਨਾਲ ਕਦਮ ਚੱਲਣਾ ਚਾਹੁੰਦੇ ਹਾਂ। ਅਸੀਂ ਪਿਆਰ ਦੇ ਵਿੱਚ ਹੀ ਚੱਲਣਾ ਚਾਹੁੰਦੇ ਹਾਂ, ਪਿਆਰ ਦੇ ਵਿੱਚ ਹੀ ਬੋਲਣਾ ਚਾਹੁੰਦੇ ਹਾਂ, ਪਿਆਰ ਦੇ ਵਿੱਚ ਹੀ ਸੋਚਣਾ ਚਾਹੁੰਦੇ ਹਾਂ। ਤੇ ਪ੍ਰਭੂ ਜੀ, ਦਿਲੋਂ, ਪੂਰੇ ਦਿਲੋਂ ਅਸੀਂ ਪਿਆਰ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ, ਤਾਂ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਜਿੰਨੇ ਵੀ ਭੈਣ ਭਰਾ ਪ੍ਰਭੂ ਜੀ ਦਾ ਵਚਨ ਸੁਣ ਰਹੇ ਨੇ, ਮੈਂ ਦੁਆ ਕਰਦਾ ਹਾਂ ਕਿ ਐਸੀ ਮੈਨੀਫੈਸਟੇਸ਼ਨ ਪਵਿੱਤਰ ਆਤਮਾ ਦੀ ਉਹਨਾਂ ਦੀ ਜ਼ਿੰਦਗੀ ਦੇ ਉੱਤਰ ਆਵੇ, ਤਾਂ ਕਿ ਪਰਮੇਸ਼ਰ ਦੇ ਪੁੱਤਰਾਂ ਦਾ ਪ੍ਰਕਾਸ਼ ਦਾ ਟੇਸਟ ਉਹ ਚੱਖ ਸਕਣ, ਤੇ ਐਸੇ ਵੈਪਨਸ ਦਿੱਤੇ ਜਾਣ, ਐਸੇ ਅਥਾਰਟੀ ਦਿੱਤੀ ਜਾਵੇ, ਐਸੇ ਹਥਿਆਰ ਦਿੱਤੇ ਜਾਣ ਜਿਨ੍ਹਾਂ ਦੇ ਨਾਲ ਅਸੀਂ ਸ਼ੈਤਾਨ ਤੇ ਸ਼ੈਤਾਨ ਦੀਆਂ ਫੌਜਾਂ ਨੂੰ ਡਿਸਟਰੋਏ ਕਰਕੇ ਜਾਨਾਂ ਬਚਾ ਸਕੀਏ, ਤੇ ਪਰਮੇਸ਼ਰ ਨੂੰ ਪ੍ਰਸੰਨ ਕਰ ਸਕੀਏ, ਤੇ ਆਪਣੀ ਜ਼ਿੰਦਗੀ 'ਚ ਰੱਬ ਦਾ ਮਕਸਦ ਪੂਰਾ ਕਰਕੇ ਅੱਗੇ ਵਧ ਸਕੀਏ, ਜਦ ਤੱਕ ਉਹ ਸਮਾਂ ਨਾ ਆ ਜਾਵੇ ਜਦੋਂ ਤੁਸੀਂ ਸਾਨੂੰ ਲੈਣ ਵਾਸਤੇ ਆਓਗੇ। ਸਭ ਕੁਝ ਮੰਗ ਲੈਂਦੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ। ਆਮੀਨ, 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 ਹਾਲੇਲੂਇਆ। ਪ੍ਰਭੂ ਦੇ ਬਣੋ, ਪਰਮੇਸ਼ਰ ਦਾ ਵਚਨ ਸਾਨੂੰ ਯੋਧਾ ਵੀ ਕਹਿੰਦਾ ਆ, ਜਾਣੀ ਕਿ ਵਾਰੀਅਰ, ਜਾਣੀ ਕਿ ਆਪਾਂ ਰੂਹ ਦੇ ਵਿੱਚ ਕਿਸ ਤਰ੍ਹਾਂ ਲੜਨਾ ਆ, ਪਰਮੇਸ਼ਰ ਆਪਾਂ ਨੂੰ ਤਿਆਰ ਕਰਦਾ ਆ। ਆਮੀਨ। ਤੁਸੀਂ ਵਾਰੀਅਰ ਵੀ ਹੋ, ਤੁਸੀਂ ਵਰਸ਼ਿਪਰ ਵੀ ਹੋ। ਆਮੀਨ। ਕਿ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਮੀਨ, ਆਮੀਨ, ਆਮੀਨ।